आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹ ਕਹਿ ਪੁਰ ਮਹਿ ਜਰਹਿ ਮਸਾਲ, ਆਏ ਜਾਏ ਬਹੁ ਵਸਤ ਸਮਾਲ। ਗੁਰ ਜਹ ਖਰੇ ਤਹਾਂ ਲਗ ਸਾਰੇ, ਝਾਰ ਮਤਾਬੀ ਦਿਬਹਿ ਉਤਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ। ਅੰਮ੍ਰਿਤਮਈ ਗੁਰੂ ਕੀ ਬਾਣੀ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਨਾਲ ਜੁੜ ਜਾਈਏ। ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ, ਪੈਂਦੇ ਖਾਂ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ। ਪੁੱਤਰਾਂ ਤੋਂ ਵੱਧ ਕੇ ਪਿਆਰ ਗੁਰੂ ਸਾਹਿਬ ਉਸ ਨਾਲ ਕਰਦੇ ਸਨ। ਬੜੇ ਲਾਡਾਂ ਪਿਆਰਾਂ ਨਾਲ ਉਸ ਨੂੰ ਪਾਲਿਆ ਸੀ। ਦੁਨੀਆ ਦਾ ਇੱਕ ਸਭ ਤੋਂ ਵੱਡਾ ਸ੍ਰੇਸ਼ਟ ਯੋਧਾ, ਜਿਹੜਾ ਆਪਣੇ ਹੱਥ 'ਤੇ ਰੁਪਈਆ ਰੱਖ ਕੇ, ਚਾਂਦੀ ਦਾ ਰੁਪਈਆ ਰੱਖ ਕੇ ਅਤੇ ਅੰਗੂਠੇ ਨਾਲ ਉਹਦੇ ਅੱਖਰ ਮਿਟਾ ਦਿੰਦਾ ਸੀ। ਜਿਹੜਾ ਸਾਹਨਾਂ ਦੇ ਭੇੜ ਹੁੰਦੇ ਵਿੱਚੋਂ ਸਿੰਘਾਂ ਤੋਂ ਫੜ ਕੇ ਪਿਛਾਂ ਨੂੰ ਹਟਾ ਦਿੰਦਾ ਸੀ। ਜਿਹੜਾ ਢਾਲਾਂ ਨੂੰ ਕਾਗਜ਼ਾਂ ਤਰ੍ਹਾਂ ਪਾੜ ਦਿੰਦਾ ਸੀ, ਚੀਰ ਦਿੰਦਾ ਸੀ, ਉਹ ਪੈਂਦੇ ਖਾਨ ਗੁਰੂ ਘਰ ਦਾ ਲੂਣ ਖਾ ਕੇ ਨਿਮਕ ਹਰਾਮੀ ਹੋ ਗਿਆ। ਗੁਰੂ ਮਹਾਰਾਜ ਦੇ ਖਿਲਾਫ ਹੀ ਫੌਜਾਂ ਲੈ ਕੇ ਆ ਗਿਆ। ਪਿਸ਼ਾਵਰ ਦੇ ਸੂਬੇਦਾਰ ਕਾਲੇ ਖਾਨ ਦੀ ਫੌਜ, ਕੁਤਬ ਖਾਨ ਜਲੰਧਰ ਸੂਬੇ ਦੀ ਫੌਜ, ਖੋਜੇ ਅਨਵਰ ਖਾਨ ਦੀ ਫੌਜ, ਪੈਂਦੇ ਖਾਨ ਦੀ ਫੌਜ ਅਤੇ ਜਹਾਦ ਦੇ ਨਾਂ 'ਤੇ ਇਕੱਠੀ ਕੀਤੀ ਮਾਲਵੇ ਦੁਆਬੇ ਦੀ ਪਠਾਨ ਫੌਜ, ਇਹ ਕੁੱਲ ਮਿਲਾ ਕੇ 78,000 ਫੌਜ ਗੁਰੂ ਸਾਹਿਬ ਨਾਲ ਯੁੱਧ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ 1634 ਵਿੱਚ ਪਹੁੰਚੀ। ਬੜਾ ਘਮਸਾਨ ਦਾ ਭਿਆਨਕ ਯੁੱਧ ਹੋਇਆ। ਇਸ ਯੁੱਧ ਦੇ ਵਿੱਚ ਸੱਚੇ ਪਾਤਸ਼ਾਹ ਵੱਲੋਂ ਭਾਈ ਮੇਹਰ ਚੰਦ, ਭਾਈ ਅਮੀਆਂ ਅਤੇ ਭਾਈ ਲੱਖੂ ਜਰਨੈਲ 600-700 ਸਿੱਖਾਂ ਸਮੇਤ ਸ਼ਹੀਦੀਆਂ ਪਾ ਗਏ। ਪਰ ਉੱਧਰ 78,000 ਫੌਜ ਖੋਜਾ ਅਨਵਰ ਖਾਨ, ਬਾਬਾ ਬਿਧੀ ਚੰਦ ਜੀ ਦੇ ਤੀਰ ਨਾਲ ਮਾਰਿਆ ਗਿਆ। ਪੈਂਦੇ ਖਾਨ ਨੂੰ ਛੇਵੇਂ ਪਾਤਸ਼ਾਹ ਨੇ ਆਪ ਝਟਕ ਦਿੱਤਾ। ਉਹਦਾ ਜਵਾਈ ਉਸਮਾਨ ਖਾਨ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਮਾਰਿਆ ਗਿਆ। ਕਾਲੇ ਖਾਂ ਅਤੇ ਕੁਤਬ ਖਾਂ ਵੀ ਗੁਰੂ ਸਾਹਿਬ ਦੇ ਹੱਥੋਂ ਮਾਰੇ ਗਏ ਨੇ। ਆਲੇ ਦੁਆਲੇ ਲਾਸ਼ਾਂ ਹੀ ਲਾਸ਼ਾਂ ਖਿਲਰ ਗਈਆਂ ਨੇ। ਕਰਤਾਰਪੁਰ ਤੋਂ ਜਲੰਧਰ ਤੱਕ ਅਤੇ ਹੋਰ ਇਲਾਕਾ ਜਿੰਨਾ ਵੀ ਹੈ, ਸਾਰਾ ਸਾਧ ਸੰਗਤ ਜੀ ਕਰਤਾਰਪੁਰ ਦਾ ਆਲਾ ਦੁਆਲਾ ਮਰੇ ਹੋਏ ਘੋੜੇ ਔਰ ਮਰੇ ਹੋਏ ਜਵਾਨ, ਉਹਨਾਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਹੈ। ਸਤਿਗੁਰੂ ਜੀ ਨੇ ਸੰਧਿਆ ਦੇ ਸਮੇਂ ਸਿੱਖਾਂ ਦੇ ਤਾਂ ਸੰਸਕਾਰ ਕਰਾ ਦਿੱਤੇ। ਫਿਰ ਵਿਚਾਰ ਕੀਤੀ ਵੀ ਇਤਨੀਆਂ ਜ਼ਿਆਦਾ ਲਾਸ਼ਾਂ ਕੌਣ ਸਾਂਭੇਗਾ। ਲਗਭਗ 70-80 ਹਜ਼ਾਰ ਬੰਦਾ, ਇੰਨੇ ਹੀ ਘੋੜੇ ਮਰੇ ਪਏ ਨੇ। ਇਹ ਤਾਂ ਬੜੀ ਭਿਆਨਕ ਬਿਮਾਰੀ, ਮਹਾਂਮਾਰੀ ਫੈਲ ਜਾਏਗੀ ਇੱਥੇ। ਇੱਥੋਂ ਹੁਣ ਜਾਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ। ਮਹਾਰਾਜ ਭਾਈ ਬਿਧੀ ਚੰਦ ਨੂੰ ਬੁਲਾ ਕੇ ਕਹਿਣ ਲੱਗੇ, ਸਾਡੇ ਪਰਿਵਾਰ ਨੂੰ ਤਿਆਰ ਕਰੋ, ਉਹਨਾਂ ਨੂੰ ਕਹੋ ਕਿ ਲੋੜੀਂਦਾ ਸਮਾਨ ਗੱਡਿਆਂ 'ਤੇ ਲੱਦ ਲੈਣ ਅਤੇ ਬਹੁਤਾ ਲਾਲਚ ਨਾ ਕਰਨ ਅਤੇ ਆਪਾਂ ਇੱਥੋਂ ਚੱਲੀਏ। ਕਿਉਂਕਿ ਉੱਧਰ ਪੀਰ ਬੁੱਢਣ ਸ਼ਾਹ ਵੀ ਮਹਾਰਾਜ ਨੂੰ ਉਡੀਕ ਰਿਹਾ ਸੀ ਕੀਰਤਪੁਰ ਸਾਹਿਬ ਵਿੱਚ। ਉਹਦੇ ਨਾਲ ਗੁਰੂ ਨਾਨਕ ਦੇਵ ਜੀ ਵਾਅਦਾ ਕਰਕੇ ਗਏ ਸਨ ਕਿ 6ਵੇਂ ਜਾਮੇ 'ਚ ਤੇਰੀਆਂ ਬੱਕਰੀਆਂ ਦਾ ਦੁੱਧ ਪੀਵਾਂਗੇ ਔਰ ਤੈਨੂੰ ਅਸੀਂ ਦਰਸ਼ਨ ਦਿਆਂਗੇ, ਤੇਰੇ ਅੰਤਮ ਸਮੇਂ ਤੇਰੇ ਕੋਲ ਹੋਵਾਂਗੇ। ਉਸ ਪੀਰ ਬੁੱਢਣ ਸ਼ਾਹ ਨੇ ਆਖਿਆ ਸੀ, ਮਹਾਰਾਜ ਤੁਹਾਡਾ 6ਵਾਂ ਜਾਮਾ ਤਾਂ ਬੜੀ ਦੂਰ ਹੋਵੇਗਾ, ਕੀ ਮੈਂ ਉਹਨਾਂ ਚਿਰ ਜਿਉਂਦਾ ਰਹਾਂਗਾ? ਮਹਾਰਾਜ ਨੇ ਆਖਿਆ, ਹਾਂ ਪੀਰ ਬੁੱਢਣ ਸ਼ਾਹ ਜੀ, ਉਹਨਾਂ ਚਿਰ ਤੁਹਾਡਾ ਸਰੀਰ ਰਵੇਗਾ। 6ਵੇਂ ਜਾਮੇ 'ਚ ਸਾਡੇ ਦਰਸ਼ਨ ਹੋਣਗੇ, ਫਿਰ ਤੁਹਾਨੂੰ ਸੱਚਖੰਡ 'ਚ ਥਾਂ ਮਿਲੇਗੀ, ਮੁਕਤੀ ਹੋਵੇਗੀ, ਕਲਿਆਣ ਹੋਵੇਗਾ। ਸੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ
ਇੱਕ ਤਾਂ ਇਸ ਸ਼ਹਿਰ 'ਚ ਮਹਾਂਮਾਰੀ ਬਿਮਾਰੀ ਫੈਲਣੀ ਹੈ, ਇੱਥੋਂ ਜਾਣਾ ਜ਼ਰੂਰੀ ਹੈ ਕਰਤਾਰਪੁਰ ਤੋਂ। ਦੂਸਰਾ, ਕੀਰਤਪੁਰ ਸਾਹਿਬ ਵਿੱਚ ਪੀਰ ਬੁੱਢਣ ਸ਼ਾਹ ਉਡੀਕ ਰਿਹਾ ਹੈ। ਇਤਿਆਦਿਕ ਸਾਰੇ ਕਾਰਨਾਂ ਨੂੰ ਵਿਚਾਰ ਕੇ ਗੁਰੂ ਸਾਹਿਬ ਨੇ ਚਾਲਾ ਪਾਉਣ ਦੀ ਤਿਆਰੀ ਕਰ ਲਈ। ਮਾਤਾ ਮਰਵਾਈ ਜੀ, ਜਿਨ੍ਹਾਂ ਨੂੰ ਮਹਾਂਦੇਵੀ ਜੀ ਵੀ ਕਹਿੰਦੇ ਆ, ਮਹਾਂਦੇਵੀ ਨਾਮ ਸੀ, ਮਰਵਾਈ ਗੋਤ ਸੀ, ਅਤੇ ਮਾਤਾ ਨਾਨਕੀ ਜੀ ਆਪਣੀਆਂ ਦੋਵਾਂ ਨੂੰਹਾਂ ਨੂੰ ਤਿਆਰ ਕੀਤਾ। ਖੇਮ ਕੌਰ ਜੋ ਬਾਬਾ ਸੂਰਜਮਲ ਜੀ ਦੀ ਧਰਮ ਪਤਨੀ ਹੈ, ਅਤੇ ਮਾਤਾ ਗੁਜਰੀ ਜੋ ਸ੍ਰੀ ਤੇਗ ਬਹਾਦਰ ਜੀ ਦੀ ਧਰਮ ਪਤਨੀ ਹੈ, ਇਹ ਦੋਵੇਂ ਤਿਆਰ ਹੋਈਆਂ। ਸਮਾਨ ਸਾਰਾ ਗੱਡਿਆਂ 'ਤੇ, ਰੇੜਿਆਂ 'ਤੇ, ਗੜਬਹਿਲਾਂ 'ਤੇ ਲੱਦ ਲਿਆ, ਅਤੇ ਸਾਰਾ ਪਰਿਵਾਰ ਗੁਰੂ ਦਾ ਕਰਤਾਰਪੁਰ ਤੋਂ ਚੱਲ ਪਿਆ। ਹੋਰ ਵੀ ਬਹੁਤ ਸਾਰੇ ਲੋਕ ਸਨ ਉੱਥੇ, ਉਹਨਾਂ ਨੇ ਵੀ ਸੋਚਿਆ ਇੱਥੋਂ ਚਲੇ ਜਾਈਏ। ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ, ਗੁਰੂ ਤੇਗ ਬਹਾਦਰ ਦੇ ਸਹੁਰਾ ਸਾਹਿਬ ਜੀ ਬਾਬਾ ਲਾਲ ਚੰਦ ਜੀ ਆਪਣੀ ਪਤਨੀ ਬਿਸ਼ਨ ਕੌਰ ਨੂੰ ਲੈ ਕੇ ਅਤੇ ਆਪਣੇ ਇੱਕ ਪੁੱਤਰ ਮਿਹਰ ਚੰਦ ਨੂੰ ਲੈ ਕੇ ਅੰਬਾਲੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਲਖਨੌਰ ਸਾਹਿਬ, ਉੱਥੇ ਉਹਨਾਂ ਦੀ ਜਾਣ ਪਛਾਣ ਸੀ, ਉੱਥੇ ਚਲੇ ਗਏ ਸਨ। ਇਸ ਕਰਕੇ ਕਈ ਵਾਰੀ ਭੁਲੇਖਾ ਲੱਗਦਾ ਹੈ, ਕਈ ਸੱਜਣਾਂ ਨੂੰ ਇਤਿਹਾਸ ਵਿੱਚੋਂ ਪੂਰਾ ਪਤਾ ਨਹੀਂ ਹੁੰਦਾ। ਉਹ ਕਹਿੰਦੇ ਵੀ ਕਿਤੇ ਤਾਂ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਕਰਤਾਰਪੁਰ ਦੇ ਹਨ, ਅਤੇ ਕਿਤੇ ਲਿਖਿਆ ਵੀ ਨਾਨਕੇ ਲਖਨੌਰ ਦੇ ਹਨ। ਜਦੋਂ ਕਿ ਰਹਿੰਦੇ ਤਾਂ ਕਰਤਾਰਪੁਰ ਵਿੱਚ ਸਨ, ਮਾਤਾ ਗੁਜਰੀ ਦਾ ਵਿਆਹ ਤਾਂ ਕਰਤਾਰਪੁਰ ਹੋਇਆ, ਅਤੇ ਲਖਨੌਰ ਦੇ ਨਾਨਕੇ ਕਿਵੇਂ ਹੋ ਗਏ? ਸੋ ਉਹਦਾ ਉੱਤਰ ਇਹ ਹੈ ਕਿ ਕਰਤਾਰਪੁਰ ਦੀ ਜੰਗ ਤੋਂ ਬਾਅਦ ਬਾਬਾ ਲਾਲ ਚੰਦ, ਮਾਤਾ ਬਿਸ਼ਨ ਕੌਰ ਜੀ, ਮਾਤਾ ਗੁਜਰੀ ਦਾ ਪੇਕਾ ਪਰਿਵਾਰ, ਬਾਬਾ ਮਿਹਰ ਚੰਦ ਜੀ, ਮਾਤਾ ਦੇ ਛੋਟੇ ਭਾਈ, ਇਹ ਤਿੰਨੇ ਜਣੇ ਲਖਨਊਰ ਸਾਹਿਬ ਆ ਗਏ ਸਨ। ਮਾਮਾ ਕਿਰਪਾਲ ਚੰਦ ਜੀ ਕਿਉਂਕਿ ਗੁਰੂ ਦੀ ਫੌਜ ਵਿੱਚ ਸਨ, ਮਾਤਾ ਗੁਜਰੀ ਦੇ ਭਾਈ ਉਹ ਗੁਰੂ ਛੇਵੇਂ ਪਾਤਸ਼ਾਹ ਦੇ ਨਾਲ ਕੀਰਤਪੁਰ ਸਾਹਿਬ ਚਲੇ ਗਏ ਸਨ। ਉਹ ਸਾਰੀ ਉਮਰ ਉੱਥੇ ਹੀ ਰਹੇ ਜਿੱਥੇ ਗੁਰੂ ਸਾਹਿਬ ਰਹੇ। ਮਹਾਰਾਜ 10ਵੇਂ ਪਾਤਸ਼ਾਹ ਤੱਕ ਉਹਨਾਂ ਨੇ ਫੌਜ ਦੀ ਕਮਾਨ ਸੰਭਾਲੀ। ਉਸ ਤੋਂ ਬਾਅਦ ਵੀ 10ਵੇਂ ਪਾਤਸ਼ਾਹ ਤੋਂ ਬਾਅਦ ਵੀ ਉਹ ਜਿਉਂਦੇ ਰਹੇ ਨੇ, ਇਹਦਾ ਵੀ ਇਤਿਹਾਸ ਵਿੱਚ ਜ਼ਿਕਰ ਮਿਲਦਾ। ਮਾਤਾ ਸੁੰਦਰੀ ਜੀ ਦੇ ਕੋਲ ਦਿੱਲੀ ਰਹੇ ਨੇ, ਔਰ ਗੁਰੂ ਘਰ ਦੇ ਨਾਲ ਜਿਹੜੇ ਪ੍ਰਬੰਧ ਸਨ ਮਹਾਰਾਜ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਮਾ ਕਿਰਪਾਲ ਚੰਦ ਜੀ ਭਾਈ ਮਨੀ ਸਿੰਘ ਜੀ ਨੂੰ ਮਿਲਣ ਅੰਮ੍ਰਿਤਸਰ ਵੀ ਆਏ ਹਨ, ਇਹ ਵੀ ਇਤਿਹਾਸ ਵਿੱਚ ਜ਼ਿਕਰ ਮਿਲਦਾ। ਸੋ ਇਸ ਤਰ੍ਹਾਂ ਇਹ ਪਰਿਵਾਰ ਲਖਨਊਰ ਸਾਹਿਬ ਚਲਾ ਗਿਆ। ਹੋਰ ਕਈ ਪਰਿਵਾਰ ਸਨ ਜਿਹੜੇ ਕਰਤਾਰਪੁਰ ਤੋਂ ਅੱਗੇ ਪਿੱਛੇ ਦੂਰ ਚਲੇ ਗਏ। ਨਹੀਂ ਗਿਆ ਤੇ ਬਾਬਾ ਧੀਰਮਲ ਨਹੀਂ ਗਿਆ। ਧੀਰਮਲ ਕਹਿੰਦਾ ਮੈਂ ਤਾਂ ਇੱਥੇ ਰਹਾਂਗਾ, ਇਹ ਸਾਡਾ ਜੱਦੀ ਪੁਸਤੈਨੀ ਪਿੰਡ ਹੈ, ਦਾਦੇ ਪੜਦਾਦੇ ਦਾ ਵਸਾਇਆ ਹੋਇਆ, ਅਸੀਂ ਨਹੀਂ ਜਾਣਾ। ਗੁਰੂ ਹਰਗੋਬਿੰਦ ਸਾਹਿਬ ਸਮਝ ਗਏ ਵੀ ਧੀਰਮਲ ਦੇ ਮਨ ਵਿੱਚ ਖੁਟਿਆਈ ਆ ਗਈ ਹੈ ਕਿ ਮੈਂ ਕਰਤਾਰਪੁਰ 'ਚ ਰਹਿ ਕੇ ਆਪਣੀ ਗੱਦੀ ਵੱਖਰੀ ਚਲਾਵਾਂਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਰੱਖ ਲਿਆ, ਨਹੀਂ ਦਿੱਤਾ। ਭਾਈ ਬਿਧੀ ਚੰਦ ਨੇ ਬੇਨਤੀ ਕੀਤੀ, ਮਹਾਰਾਜ ਮੈਂ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕਰ ਰਿਹਾ, ਜੇ ਧੀਰਮਲ ਸਰੂਪ ਨਹੀਂ ਦੇਵੇਗਾ ਮੈਂ ਉਤਾਰਾ ਕਿਵੇਂ ਕਰਾਂਗਾ? ਮਹਾਰਾਜ ਕਹਿੰਦੇ ਜਿੰਨਾ ਤੁਹਾਡਾ ਹੋਇਆ ਬਿਲਾਵਲ ਰਾਗ ਤੱਕ ਓਨਾ ਹੀ ਪ੍ਰਵਾਨ ਹੈ, ਪਰ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ 'ਚ ਲਿਖਿਆ ਜਾਏਗਾ। ਹਰ ਸ਼ਹਿਰ, ਹਰ ਪਿੰਡ ਵਿੱਚ, ਹਰ ਘਰ ਵਿੱਚ ਇਹਦਾ ਪ੍ਰਕਾਸ਼ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਘਰ ਘਰ ਪਹੁੰਚੇਗੀ, ਧੀਰਮਲ ਇਹਨੂੰ ਰੋਕ ਨਹੀਂ ਸਕੇਗਾ। ਸੋ ਇਸ ਤਰ੍ਹਾਂ ਦੇ ਭਵਿੱਖ ਦੇ ਬਚਨ ਵੀ ਹੋਏ ਵੀ ਇਹ ਫੇਰ ਮੇਰੇ ਖਾਲਸੇ ਦੀ ਤਾਬੇ ਆ ਜਾਣਗੇ, ਖੰਡੇ ਦਾ ਅੰਮ੍ਰਿਤ ਛਕਣਗੇ। ਤਾਂ ਹੀ ਬਾਬਾ ਵਡਭਾਗ ਸਿੰਘ ਜੀ, ਡੇਰਾ ਬਾਬਾ ਵਡਭਾਗ ਸਿੰਘ ਜਿਨ੍ਹਾਂ ਦਾ ਊਨਾ ਸਾਹਿਬ ਵਾਲਾ ਸਥਾਨ ਹੈ, ਉਹ ਵੀ ਸੋਢੀ ਸਾਹਿਬਜ਼ਾਦੇ ਸਨ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ 7ਵੀਂ ਪੀੜ੍ਹੀ ਅਤੇ ਬਾਬਾ ਧੀਰਮਲ ਦੀ 5ਵੀਂ ਪੀੜ੍ਹੀ ਸਨ। ਬਾਬਾ ਵਡਭਾਗ ਸਿੰਘ ਨੇ ਬੁੱਢੇ ਦਲ ਕੋਲੋਂ ਖੰਡੇ ਦਾ ਅੰਮ੍ਰਿਤ ਛਕਿਆ। ਜੱਸਾ ਸਿੰਘ ਜੀ ਆਹਲੂਵਾਲੀਆ ਪੰਜਾਂ ਪਿਆਰਿਆਂ ਸ਼ਾਮਲ ਹੋ ਕੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਨੇ ਆਪ ਅੰਮ੍ਰਿਤ ਛਕਾਇਆ। ਇਸ ਤਰ੍ਹਾਂ ਦੇ ਸਾਧ ਸੰਗਤ ਦੇ ਇਤਿਹਾਸਕ ਬਚਨ ਚੱਲ ਰਹੇ ਨੇ। ਮਹਾਰਾਜ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਨੂੰ ਚਾਲੇ ਪਾਤੇ ਨੇ।
ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹ ਕਹਿ ਪੁਰ ਮਹਿ ਜਰਹਿ ਮਸਾਲ। ਹੁਣ ਰਾਤ ਦਾ ਸਮਾਂ ਹੈ, ਲੋਕਾਂ ਨੇ ਆਪਣਾ ਪਿੰਡ ਛੱਡਣਾ ਹੈ। ਸ੍ਰੀ ਕਰਤਾਰਪੁਰ ਸਾਹਿਬ ਪਿੰਡ ਦੇ ਵਿੱਚ ਥਾਂ ਥਾਂ ਤੇ ਮਸਾਲਾਂ ਬਾਲ ਕੇ ਲੋਕ ਆਪਣੇ ਘਰ ਦਾ ਸਮਾਨ ਗੱਡਿਆਂ ਤੇ ਲੱਦ ਰਹੇ ਨੇ। ਆਏ ਜਾਏ ਬਹੁ ਵਸਤ ਸਮਾਲ। ਆਉਂਦੇ ਜਾਂਦੇ ਆਪਣੀਆਂ ਆਪਣੀਆਂ ਵਸਤੂਆਂ ਸੰਭਾਲ ਰਹੇ ਨੇ। ਜਿਹੜਾ ਜ਼ਰੂਰੀ ਸਮਾਨ ਘਰ ਦਾ ਭਾਂਡਾ ਟੀਂਡਾ ਹੈ, ਗੱਡਿਆਂ ਤੇ ਲੱਦ ਰਹੇ ਨੇ। ਗੁਰ ਜਹ ਖਰੇ ਤਹਾਂ ਲਗ ਸਾਰੇ। ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਖੜੇ ਸੀ, ਉਹ ਜਗ੍ਹਾ ਦਾ ਨਾਮ ਹੈ ਗੰਗਸਰ। ਖੂਹ ਹੈ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਲਵਾਇਆ ਹੋਇਆ। ਉੱਥੇ ਗੰਗਸਰ ਤੱਕ ਸਾਰੀ ਸੰਗਤ ਜਿਹੜੀ ਹੈ ਲਾਰਾ ਬੰਨ੍ਹ ਕੇ ਆ ਰਹੀ ਹੈ। ਝਾਰ ਮਤਾਬੀ ਦਿਪਹਿ ਉਦਾਰੇ। ਰਾਤ ਦਾ ਸਮਾਂ ਹੋਣ ਕਰਕੇ ਹਨੇਰੇ ਤੋਂ ਬਚਣ ਵਾਸਤੇ, ਹਨੇਰਾ ਦੂਰ ਕਰਨ ਵਾਸਤੇ ਝਾੜ ਤੇ ਮਤਾਬੀਆਂ ਬਾਲੀਆਂ ਹੋਈਆਂ। ਪਹਿਲੇ ਜ਼ਮਾਨੇ 'ਚ ਰੋਸ਼ਨੀ ਕਰਨ ਲਈ ਰਾਤ ਨੂੰ ਜੇ ਵਧੀਆ ਰੋਸ਼ਨੀ ਕਰਨੀ ਹੁੰਦੀ ਸੀ, ਮਸਾਲਾਂ ਬਾਲਦੇ ਸਨ। ਇੱਕ ਮਤਾਬੀਆਂ ਹੁੰਦੀਆਂ ਨੇ, ਉਹ ਬਾਲਦੇ ਸਨ। ਮਤਾਬੀਆਂ ਦੀ ਰੋਸ਼ਨੀ ਟਿਊਬਾਂ ਵਰਗੀ ਚਿੱਟੀ ਰੋਸ਼ਨੀ ਹੁੰਦੀ ਸੀ। ਆਤਿਸ਼ਬਾਜ਼ੀ ਵਾਲੇ ਕਦੀ ਕਦੀ ਹੁਣ ਵੀ ਕਰਦੇ ਹਨ। ਝਾੜ ਤੇ ਮਤਾਬੀਆਂ ਬਾਲ ਕੇ ਤਿਮਰ ਬਿਨਾਸੇ ਭਇਓ ਪ੍ਰਕਾਸ਼। ਜਿਹੜਾ ਹਨੇਰਾ ਸੀ ਸਾਧ ਸੰਗਤ ਜੀ, ਉਹ ਦੂਰ ਕੀਤਾ ਹੈ ਤੇ ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਹੈ। ਜਨ ਦਿਨ ਮਨ ਹੀ ਚੜਿਓ ਆਕਾਸ਼। ਹਾਂ, ਕਹਿੰਦੇ ਇੰਨਾ ਪ੍ਰਕਾਸ਼ ਝਾੜ ਤੇ ਮਤਾਬੀਆਂ ਨਾਲ ਹੋ ਗਿਆ ਜਿਵੇਂ ਮਾਨੋ ਸੂਰਜ ਚੜਿਆ ਹੋਵੇ। ਸਰਬ ਆਨ ਜਬ ਇਕਠੇ ਭਏ। ਜਦੋਂ ਸਾਰੇ ਇਕੱਠੇ ਹੋ ਕੇ ਗੰਗਸਰ ਖੂਹ ਦੇ ਲਾਗੇ ਕਹਿ ਕਹਿ ਭਲ ਸੰਭਾਰਨ ਕੀਏ। ਸਾਰਿਆਂ ਨੂੰ ਆਪੋ ਆਪਣੇ ਮਹਾਰਾਜ ਨੇ ਆਖਿਆ, ਭਾਈ ਆਪਣੇ ਬਾਲ ਬੱਚੇ ਸੰਭਾਲੋ, ਕਿਉਂਕਿ ਇਹੋ ਜਿਹੀ ਭੀੜ ਦੇ ਵਿੱਚ ਤੁਰਨ ਲੱਗਿਆਂ ਕਈ ਵਾਰੀ ਕੋਈ ਜੀ, ਕੋਈ ਬਜ਼ੁਰਗ, ਕੋਈ ਬੀਬੀ, ਕੋਈ ਭੈਣ, ਕੋਈ ਬੱਚਾ ਪਿੱਛੇ ਨਾ ਰਹਿ ਜਾਵੇ। ਸਾਰੇ ਆਪੋ ਆਪਣਾ ਸਮਾਨ ਲੱਦ ਲਓ ਤੇ ਤੁਰ ਪਵੋ। ਸਗਰੋ ਗੁਰ ਕੁਟੰਬ ਚੱਲ ਆਏ। ਮਹਾਰਾਜ ਦਾ ਸਾਰਾ ਪਰਿਵਾਰ, ਮਹਾਰਾਜ ਦੇ ਬੱਚੇ ਸਾਹਿਬਜ਼ਾਦੇ ਸਾਰੇ ਆ ਗਏ। ਸੰਗ ਸਿੱਖ ਸੈਨਾ ਸਮਦਾਏ। ਜਿਹੜੀ ਗੁਰੂ ਦੀ ਫੌਜ ਬਚੀ ਸੀ ਜੰਗ ਵਿੱਚ, ਉਹ ਵੀ ਸਾਰੀ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਨਾਲ ਤਿਆਰ ਹੋ ਕੇ ਚੱਲ ਪਈ। ਪ੍ਰਿਥਕ ਪ੍ਰਿਥਕ ਸਭ ਬੂਝਨ ਕੀਨੇ। ਮਹਾਰਾਜ ਨੇ ਸਾਰੇ ਜਥੇਦਾਰਾਂ ਨੂੰ ਵੱਖਰਾ ਵੱਖਰਾ ਪੁੱਛਿਆ ਵੀ ਦੇਖੋ ਭਾਈ, ਕੋਈ ਜ਼ਖਮੀ ਨਾ ਰਹਿ ਜਾਵੇ ਪਿੱਛੇ, ਕਿਉਂਕਿ ਜੰਗ ਹੋਇਆ ਸੀ ਬਹੁਤ ਭਿਆਨਕ ਤੇ ਜੰਗ ਦੇ ਵਿੱਚ ਸਿੱਖ ਜ਼ਖਮੀ ਵੀ ਹੋਏ ਸਨ। ਪਹਿਲਾਂ ਤਾਂ ਮਹਾਰਾਜ ਨੇ ਨਿਗਾਹ ਫੇਰ ਕੇ ਸਾਰਿਆਂ ਦੇ ਦੁੱਖ ਦੂਰ ਕਰ ਦਿੱਤੇ, ਸਾਰਿਆਂ ਨੂੰ ਤੰਦਰੁਸਤ ਕਰ ਦਿੱਤਾ ਤੇ ਨਾਲ ਹੀ ਕਿਹਾ ਵੀ ਕੋਈ ਰਹਿ ਨਾ ਜਾਵੇ। ਸਾਰਿਆਂ ਨੂੰ ਗੱਡਿਆਂ ਤੇ ਪਾ ਲਓ। ਜਿਹੜੇ ਜ਼ਖਮੀ ਤੁਰ ਫਿਰ ਨਹੀਂ ਸਕਦੇ, ਘੋੜਿਆਂ ਤੇ ਵੀ ਨਹੀਂ ਚੜ੍ਹ ਸਕਦੇ, ਉਹਨਾਂ ਨੂੰ ਗੱਡਿਆਂ 'ਚ ਪਾ ਲਿਆ। ਕਈਆਂ ਨੂੰ ਮੰਜਿਆਂ ਸਮੇਤ ਹੀ ਗੱਡਿਆਂ ਤੇ ਲੱਦ ਲਿਆ ਹੈ। ਪੁੰਨ ਪ੍ਰਸਥਾਨ ਹੇਤ ਚਿਤ ਦੀਨੇ। ਹੁਣ ਸਾਰੀ ਤਿਆਰੀ ਕਰਕੇ ਸਾਰਾ ਗੱਡਿਆਂ ਤੇ ਸਮਾਨ ਲੱਦ ਕੇ ਗੜਬਹਿਲਾਂ ਤੇ ਪਾਲਕੀਆਂ ਤੇ ਸਵਾਰ ਹੋ ਕੇ ਮਹਾਰਾਜ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਲੱਗੇ ਨੇ। ਦੋਹਰਾ ਝਾਰ ਮਤਾਬੀ ਬਹੁ ਜਰੇ। ਬਹੁਤ ਸਾਰੇ ਝਾੜ ਤੇ ਮਤਾਬੀਆਂ ਬਾਲੀਆਂ ਹੋਈਆਂ ਨੇ। ਸੰਗ ਮਸਾਲ ਅਨੇਕ। ਬਹੁਤ ਸਾਰੀਆਂ ਮਸਾਲਾਂ ਬਾਲੀਆਂ ਹੋਈਆਂ ਨੇ। ਡੋਰੇ ਸਯੰਦਨ ਸੰਗ ਕੁਛ। ਸਾਧ ਸੰਗਤ ਜੀ ਡੋਲੇ, ਜਿਨ੍ਹਾਂ ਵਿੱਚ ਮਾਤਾ ਜੀ, ਮਾਤਾ ਗੁਜਰੀ ਜੀ ਹਨ ਤੇ ਵੱਡੇ ਉਹਨਾਂ ਦੀ ਜਠਾਣੀ ਖੇਮ ਕੌਰ ਹੈ। ਹਾਂਜੀ। ਕੀਨਸ ਜਲਦ ਵਿਵੇਕ। ਤੇ ਕੁਝ ਨਾਲ ਖਾਸਿਆਂ ਦੇ ਵਿੱਚ ਮਾਤਾ ਨਾਨਕੀ ਜੀ, ਮਾਤਾ ਮਰਵਾਈ ਜੀ ਸਵਾਰ ਹਨ। ਤੇ ਇਸ ਤਰ੍ਹਾਂ ਹੋਰ ਵੀ ਗੁਰੂ ਘਰ ਦੇ ਸਤਿਕਾਰਯੋਗ ਵਿਅਕਤੀਆਂ ਨੂੰ ਨਾਲ ਲੈ ਕੇ ਚੌਪਈ ਪਿਤਾ ਸਥਾਨ ਗੰਗਸਰ ਜਾਨ। ਹਾਂ, ਕਿਉਂਕਿ ਇਹ ਜਗ੍ਹਾ ਜਿਹੜੀ ਕਰਤਾਰਪੁਰ ਹੈ ਨਾ, ਇਹ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਸਾਈ ਹੈ। ਤੇ ਇੱਥੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਗੰਗਸਰ ਖੂਹ ਲਵਾਇਆ। ਪਿਤਾ ਜੀ ਦਾ ਇਹ ਪਵਿੱਤਰ ਸਥਾਨ ਜਾਣ ਕਰਕੇ ਕਰ ਬੰਧਨ ਕੀ ਨਸ ਪ੍ਰਸਥਾਨ। ਉੱਥੇ ਮੱਥਾ ਟੇਕਿਆ, ਅਰਦਾਸ ਕੀਤੀ ਵੀ ਹੇ ਪਿਤਾ ਜੀ, ਅੱਜ ਤੁਹਾਡੇ ਅਸਥਾਨ ਤੋਂ ਜਾ ਰਹੇ ਹਾਂ, ਹੋਈ ਸੇਵਾ ਪ੍ਰਵਾਨ ਕਰਿਆ ਜੇ ਤੇ ਇਸ ਨਗਰ ਦੀ ਆਪ ਸਹਾਇਤਾ ਕਰਿਆ ਜੇ।
ਏਦਾਂ ਮੱਥਾ ਟੇਕ ਕੇ ਛੇਵੇਂ ਪਾਤਸ਼ਾਹ ਜੀ ਕਰਤਾਰਪੁਰ ਤੋਂ ਚੱਲ ਪਏ ਹਨ। ਆਗੇ ਚਲੈ ਮਸਾਲੇ ਬ੍ਰਿੰਦ। ਅੱਗੇ ਮਸਾਲ ਜੀ ਮਸਾਲਾਂ ਬਾਲ ਕੇ ਤੁਰਦੇ ਨੇ ਤਾਂ ਕਿ ਰਸਤਾ ਨਜ਼ਰ ਆਉਂਦਾ ਜਾਵੇ। ਕਰਿਓ ਭਿਆਨ ਸ੍ਰੀ ਹਰਗੋਬਿੰਦ। ਇਸ ਤਰ੍ਹਾਂ ਰਾਤ ਦੇ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਤੋਂ ਛੇਵੇਂ ਪਾਤਸ਼ਾਹ ਜੀ ਨੇ ਚਾਲਾ ਪਾ ਦਿੱਤਾ ਹੈ। ਚਾਲਾ ਪਾਉਣ ਦਾ ਮੁੱਖ ਕਾਰਨ ਇਹ ਹੈ ਵੀ ਕਰਤਾਰਪੁਰ 'ਚ ਹੁਣ ਰਹਿਣਾ ਮੁਸ਼ਕਲ ਹੈ, ਕਿਉਂਕਿ ਆਲੇ ਦੁਆਲੇ ਮੁਰਦਿਆਂ ਦੀਆਂ ਲਾਸ਼ਾਂ ਇੰਨੀਆਂ ਜ਼ਿਆਦਾ ਖਿਲਰ ਗਈਆਂ ਨੇ, ਘੋੜੇ ਤੇ ਬੰਦੇ ਮਰੇ ਹੋਏ ਨੇ ਕਿ ਉਹਨਾਂ ਕਰਕੇ ਮਹਾਂਮਾਰੀ ਫੈਲਣ ਦਾ ਡਰ ਹੈ। ਸਨੇ ਸਨੇ ਗਮਨੇ ਮਗ ਜਾਹੀ। ਸਹਿਜੇ ਸਹਿਜੇ ਸਤਿਗੁਰੂ ਜੀ ਤੁਰ ਪਏ ਹਨ। ਬਜਹਿ ਨਗਾਰੇ ਬਹੁ ਧੁਨ ਤਾਹੀ। ਉੱਚੇ ਉੱਚੇ ਨਗਾਰੇ ਵੱਜਦੇ ਨੇ, ਗੁਰੂ ਕੇ ਸਿੱਖ ਨਗਾਰੇ ਵਜਾ ਕੇ ਜਾ ਰਹੇ ਨੇ। ਸੈਨ ਸਕਲ ਕੋ ਆਇਸ ਦੀਨ। ਮਹਾਰਾਜ ਦੀ ਸਾਰੀ ਫੌਜ ਨਿਸ਼ਾਨ ਸਾਹਿਬਾਂ ਦੇ ਤੇ ਨਗਾਰਿਆਂ ਦੇ ਨਾਲ ਚਾਲਾ ਪਾ ਦਿੱਤਾ ਹੈ। ਸਾਰੀ ਫੌਜ ਨੂੰ ਸਤਿਗੁਰਾਂ ਨੇ ਆਗਿਆ ਦਿੱਤੀ, ਹੁਕਮ ਦਿੱਤਾ ਹੈ। ਸ੍ਰੀ ਗੁਰ ਦਿੱਤੇ ਕੇ ਸੰਗ ਕੀਨ। ਸਾਰੀ ਫੌਜ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਦਿੱਤੀ। ਬਾਬਾ ਗੁਰਦਿੱਤਾ ਜੀ ਨੂੰ ਫੌਜ ਦਾ ਜਥੇਦਾਰ ਬਣਾ ਕੇ ਸਭ ਕੁਟੰਬ ਕੇ ਸੰਗ ਰਹੀਜੈ। ਬਾਬੇ ਗੁਰਦਿੱਤੇ ਨੂੰ ਮਹਾਰਾਜ ਕਹਿੰਦੇ, ਪੁੱਤਰ ਜੀ ਤੁਸੀਂ ਪਰਿਵਾਰ ਦਾ ਖਿਆਲ ਰੱਖਣਾ ਹੈ। ਇਹ ਫੌਜ ਜਿਹੜੀ ਹੈ ਤੁਹਾਡੇ ਨਾਲ ਹੈ, ਕੋਈ ਪਰਿਵਾਰ ਨੂੰ ਨੁਕਸਾਨ ਨਾ ਪਹੁੰਚਾਵੇ, ਕਿਉਂਕਿ ਜੰਗ ਹੋ ਕੇ ਹਟਿਆ ਸੀਗਾ ਤੇ ਜਦੋਂ ਜੰਗ ਹੋਇਆ ਹੋਵੇ ਮਾਹੌਲ ਖਰਾਬ ਹੁੰਦਾ ਹੈ। ਦੁਸ਼ਮਣ ਕੀ ਪਤਾ ਕਿਹੜੇ ਵੇਲੇ ਕਿੱਧਰੋਂ ਕੋਈ ਵਾਰ ਕਰ ਜਾਵੇ, ਇਸ ਕਰਕੇ ਸੁਚੇਤ ਰਹਿਣਾ ਪੈਂਦਾ ਹੈ। ਮਹਾਰਾਜ ਕਹਿੰਦੇ, ਗੁਰਦਿੱਤਾ ਜੀ ਤੁਸੀਂ ਪਰਿਵਾਰ ਦੇ ਨਾਲ ਸੁਚੇਤ ਹੋ ਕੇ ਆਉਣਾ ਹੈ। ਸਾਵਧਾਨ ਹੋਇ ਕੈ ਗਮ ਨੀਜੈ। ਆਪਣੀਆਂ ਬੰਦੂਕਾਂ, ਤੀਰ ਕਮਾਨ, ਬਰਛੇ, ਹਥਿਆਰ ਸਾਵਧਾਨ ਰੱਖਣੇ ਨੇ ਤੇ ਦੁਸ਼ਮਣ ਤੋਂ ਚੁਕੰਨੇ ਹੋ ਕੇ ਤੁਰਨਾ ਹੈ। ਕਿਤਕ ਸੋਵਰ ਸੰਗ ਨਿਜ ਲੀਨੇ। ਕੁਝ ਕੁ ਸਵਾਰ ਘੋੜਿਆਂ ਤੇ ਚੜੇ ਹੋਏ ਫੌਜੀ ਗੁਰੂ ਸਾਹਿਬ ਨੇ ਆਪਣੇ ਨਾਲ ਲੈ ਲਏ ਨੇ। ਤਜ ਮਗ ਬਾਮ ਭਿਆਨਾ ਕੀਨੇ। ਤੇ ਮਹਾਰਾਜ ਰਸਤਾ ਛੱਡ ਕੇ ਖੱਬੇ ਪਾਸੇ ਨੂੰ ਤੁਰ ਪਏ ਨੇ। ਜਾਮ ਜਾਮਨੀ ਭਈ ਬਤੀਤ। ਸਾਧ ਸੰਗਤ ਜੀ ਰਾਤ ਦੇ ਕੋਈ 10-11 ਵੱਜ ਗਏ। ਪ੍ਰਾਤ ਹੇਰ ਸਭ ਕੇ ਮੁੱਦ ਚੀਤ। ਕਿਉਂਕਿ ਜੰਗ ਦਾ ਸਮਾਂ ਹੈ ਤੇ ਇੱਥੋਂ ਜਾਣਾ ਹੀ ਠੀਕ ਹੈ। ਆਲੇ ਦੁਆਲੇ ਹਾਲਾਤ ਬੜੇ ਮਾੜੇ ਹਨ ਤੇ ਸਾਰੇ ਜੰਗ ਜਿੱਤ ਗਿਆ, ਇਸ ਕਰਕੇ ਖੁਸ਼ੀ ਵੀ ਹੈ। ਅੰਤ ਹੈ ਪੁਰਸੋ ਚਮੂ ਬਡੇਰੀ। ਮਾਤਾ ਨਾਨਕੀ ਜੀ ਤੇ ਮਾਤਾ ਮਹਾਂਦੇਵੀ ਜੀ, ਮਾਤਾ ਗੁਜਰੀ ਜੀ ਤੇ ਮਾਤਾ ਖੇਮ ਕੌਰ ਜੀ, ਗੁਰੂ ਸਾਹਿਬ ਦੇ ਜਿਹੜੇ ਮਹਿਲ ਹਨ, ਉਹਨਾਂ ਦੇ ਨੂੰਹਾਂ ਹਨ, ਪਰਿਵਾਰ ਦੇ ਬੱਚੇ ਹਨ, ਉਹਨਾਂ ਦੇ ਆਲੇ ਦੁਆਲੇ ਗੁਰੂ ਦੀ ਫੌਜ ਹੈ। ਗਮਨ ਕਰਤ ਰਜ ਉਠਤ ਕਨੇਰੀ। ਜਦੋਂ ਘੋੜੇ ਤੁਰਦੇ ਹਨ, ਗੜਬਹਿਲਾਂ ਗੱਡੇ ਰੇੜੇ ਤੁਰਦੇ ਹਨ ਤਾਂ ਉਹਨਾਂ ਦੇ ਖੁਰਾਂ ਨਾਲ ਧਰਤੀ ਤੋਂ ਧੂੜ ਉੱਡ ਕੇ ਅਸਮਾਨ ਨੂੰ ਚੜ੍ਹਦੀ ਹੈ। ਸੂਦੇ ਪੰਥ ਚਲੇ ਸਭ ਜਾਈ। ਸਾਰੇ ਸਿੱਧੇ ਰਾਹ ਤੁਰੇ ਜਾਂਦੇ ਨੇ। ਗ੍ਰਾਮ ਨਗਰ ਉਲੰਗਤ ਸਮਦਾਈ। ਰਸਤੇ ਜਿਹੜੇ ਪਿੰਡ ਸ਼ਹਿਰ ਨਗਰ ਆਉਂਦੇ ਨੇ ਉਹਨਾਂ ਨੂੰ ਲੰਘਦਿਆਂ ਜਾ ਰਹੇ ਨੇ। ਦਿਸ਼ਾ ਦਾਹਨੀ ਸਤਿਗੁਰ ਜਾਤੇ। ਤੇ ਸਤਿਗੁਰੂ ਜੀ ਸੱਜੇ ਪਾਸੇ ਜਾਂਦੇ ਨੇ, ਪਰਿਵਾਰ ਖੱਬੇ ਪਾਸੇ ਜਾਂਦਾ ਹੈ। ਕਰਤ ਜੁਧ ਕੀ ਬਹੁ ਬਿਦ ਬਾਤੇਂ। ਤੇ ਜੀ ਬਾਬਾ ਬਿਧੀ ਚੰਦ ਵਰਗੇ ਸੂਰਮਿਆਂ ਨਾਲ, ਜਾਤੀ ਮਲਕ ਨਾਲ ਗੁਰੂ ਸਾਹਿਬ ਜੰਗ ਦੀਆਂ ਗੱਲਾਂ ਕਰਦੇ ਜਾਂਦੇ ਨੇ। ਬਿਧੀ ਚੰਦ ਤੇ ਆਦ ਜੇ ਸੰਗ। ਬਾਬਾ ਬਿਧੀ ਚੰਦ ਵਰਗੇ ਸੂਰਮੇ ਯੋਧੇ ਸਤਿਗੁਰੂ ਜੀ ਦੇ ਘੋੜੇ ਦੇ ਨਾਲ ਤੁਰਦੇ ਨੇ, ਆਪਣਾ ਘੋੜਾ ਤੋਰਦੇ ਨੇ। ਕਹਿਤ ਭਇਓ ਪ੍ਰਭ ਦੀਰਘ ਜੰਗ। ਬਾਬਾ ਬਿਧੀ ਚੰਦ ਜੀ ਤੇ ਸਤਿਗੁਰੂ ਜੀ ਗੱਲਾਂ ਕਰਦੇ, ਬਚਨ ਕਰਦੇ ਐ। ਮਹਾਰਾਜ ਕਹਿੰਦੇ, ਦੇਖੋ ਬਿਧੀ ਚੰਦ ਜੀ ਅੱਜ ਜੰਗ ਬੜਾ ਕਮਾਲ ਦਾ ਹੋਇਆ, ਬਹੁਤ ਵੱਡਾ ਯੁੱਧ ਹੋਇਆ ਹੈ। ਜਾਮ ਦਿਵਸ ਜਬ ਹੀ ਚੜ ਆਇਓ। ਤੇ ਜਦੋਂ ਦਿਨ ਪੈਰ ਚੜ ਇੱਕ ਪੈਰ ਚੜ ਗਿਆ ਸੀ, ਛਾਇਆ ਸਹਿਤ ਕੂਪ ਦਰਸਾਇਓ। ਇਸ ਤਰ੍ਹਾਂ ਸਾਧ ਸੰਗਤ ਜੀ ਤੁਰਦੇ ਤੁਰਦੇ ਮਹਾਰਾਜ ਇੱਕ ਜਗ੍ਹਾ ਤੇ ਪਹੁੰਚੇ ਜਿੱਥੇ ਆਲੇ ਦੁਆਲੇ ਛਾਂ ਵੀ ਬੜੀ ਸੀ ਤੇ ਖੂਹ ਵੀ ਸੀਗਾ। ਹਾਂਜੀ, ਉਤਰੇ ਹੇਰਿਓ ਰਾਮ ਸਥਾਨ। ਰਮਣੀਕ ਜਗ੍ਹਾ ਵੇਖ ਕੇ ਮਹਾਰਾਜ ਉਤਰ ਪਏ। ਸਤਿਗੁਰੂ ਜੀ ਨੇ ਉੱਥੇ ਘੋੜਾ ਰੋਕ ਲਿਆ। ਕਹਿਣ ਲੱਗੇ, ਬਿਧੀ ਚੰਦ ਜੀ ਨਾਲੇ ਜਲ ਛਕੀਏ, ਇਸ਼ਨਾਨ ਪਾਣੀ ਕਰੀਏ,
ਥੋੜ੍ਹਾ ਆਰਾਮ ਕਰੀਏ ਅਤੇ ਨਾਲੇ ਫੌਜਾਂ ਨੂੰ ਘੋੜਿਆਂ ਨੂੰ ਦਮ ਦਵਾ ਲਈਏ। ਸੀਤਲ ਨੀਰ ਕਰਤ ਭੇ ਪਾਨ। ਮਹਾਰਾਜ ਜੀ ਉਤਰੇ ਨੇ ਦੇ ਖੂਹ 'ਚੋਂ ਪਾਣੀ ਕਢਵਾਇਆ ਹੈ ਤੇ ਗੁਰੂ ਸਾਹਿਬ ਜੀ ਠੰਡਾ ਜਲ ਛਕਿਆ ਹੈ। ਕਿਤਕ ਸਮੈ ਬੈਠੇ ਸੁਖ ਪਾਇਓ। ਸਤਿਗੁਰੂ ਜੀ ਕੁਝ ਸਮਾਂ ਉੱਥੇ ਖੂਹ ਕੋਲ ਬੈਠੇ ਹਨ। ਵਿਧੀ ਚੰਦ ਸੋ ਬਾਕ ਸੁਨਾਇਓ। ਬਾਬਾ ਬਿਧੀ ਚੰਦ ਜੀ ਨੂੰ ਮਹਾਰਾਜ ਕਹਿਣ ਲੱਗੇ, ਸਾਹਿਬ ਜ਼ਾਦੇ ਚਮੂ ਅਸ਼ੇਖ। ਮਹਾਰਾਜ ਕਹਿੰਦੇ ਬਿਧੀ ਚੰਦ ਜੀ ਸਾਡੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ ਤੇ ਬਾਬਾ ਤੇਗ ਬਹਾਦਰ ਜੀ, ਬਾਕੀ ਜਿਹੜੀ ਫੌਜ ਹੈ ਕਿਤਕ ਦੂਰ ਪਾਛੇ ਲਿਹੁ ਦੇਖ। ਉਹਨਾਂ ਦਾ ਪਤਾ ਕਰੋ ਕਿੰਨੀ ਕੁ ਦੂਰ ਪਿੱਛੇ ਆ ਰਹੇ ਨੇ, ਕਿਉਂਕਿ ਮਹਾਰਾਜ ਤੇ ਘੋੜਿਆਂ ਤੇ ਚੜੇ ਫਟਾਫਟ ਆ ਗਏ। ਬਾਬਾ ਗੁਰਦਿੱਤਾ ਜੀ ਪਰਿਵਾਰ ਨੂੰ ਲੈ ਕੇ ਆ ਰਹੇ ਸੀ, ਥੋੜਾ ਹੌਲੇ ਹੌਲੇ ਆ ਰਹੇ। ਗੱਡਿਆਂ ਰੇੜਿਆਂ ਦਾ ਤੇ ਘੋੜਿਆਂ ਦਾ ਮੁਕਾਬਲਾ ਨਹੀਂ ਹੁੰਦਾ। ਘੋੜੇ ਜਰਾ ਛੇਤੀ ਲੰਘ ਜਾਂਦੇ ਆ, ਰੇੜੇ ਗੱਡੇ ਥੋੜਾ ਟਾਈਮ ਲਾ ਕੇ ਆਉਂਦੇ। ਨਾਲੇ ਪਿੱਛੇ ਬੱਚੇ ਸਨ, ਬੀਬੀਆਂ ਸਨ, ਬੁੱਢੇ ਸਨ, ਜ਼ਖਮੀ ਵੀ ਸਨ ਵਿੱਚ, ਉਹਨਾਂ ਨੂੰ ਹੌਲੇ ਹੌਲੇ ਲਿਆਉਣਾ ਸੀਗਾ। ਸਤਿਗੁਰੂ ਜੀ ਕਹਿੰਦੇ ਭਾਈ ਬਿਧੀ ਚੰਦ ਜੀ ਪਤਾ ਕਰੋ ਬਾਬਾ ਗੁਰਦਿੱਤਾ ਜੀ ਸਾਡੇ ਪਰਿਵਾਰ ਨੂੰ ਲੈ ਕੇ ਕਿੱਥੇ ਕੱਪੜੇ ਹਨ। ਹਮ ਤੇ ਜਬ ਆਗੇ ਹੋਏ ਜਾਏ। ਜਦੋਂ ਉਹ ਸਾਡੇ ਤੋਂ ਅੱਗੇ ਲੰਘ ਜਾਣਗੇ ਫਿਰ ਅਸੀਂ ਤੁਰਾਂਗੇ। ਤਬ ਪ੍ਰਸਥਾਨ ਕਰਹਿ ਇਸ ਥਾਏ। ਅਸੀਂ ਉਹਨਾਂ ਚਿਰ ਇੱਥੇ ਆਰਾਮ ਕਰਾਂਗੇ ਜਦੋਂ ਸਾਡਾ ਪਰਿਵਾਰ, ਸਾਡੇ ਬੱਚੇ, ਸਾਡੀਆਂ ਸੰਗਤਾਂ, ਸਾਡੀਆਂ ਫੌਜਾਂ, ਸਾਡੀ ਫੌਜ ਦੇ ਜ਼ਖਮੀ ਸਿੱਖ, ਸਾਡਾ ਸਾਜੋ ਸਮਾਨ ਅੱਗੇ ਲੰਘ ਜਾਏਗਾ 2-4 ਮੀਲ, ਫਿਰ ਅਸੀਂ ਘੋੜੇ ਤੇ ਚੜ੍ਹ ਕੇ ਇੱਥੋਂ ਤੁਰਾਂਗੇ। ਵਿਦਿਆ ਚੜ ਕਰ ਤੁੰਗ ਸਥਾਨ। ਬਾਬਾ ਬਿਧੀ ਚੰਦ ਜੀ ਉੱਚੀ ਥਾਂ ਤੇ ਕਿਸੇ ਦਰਖਤ ਤੇ ਚੜ੍ਹ ਕੇ ਵੇਖਣ ਲੱਗੇ। ਦੇਖਣ ਲਗਿਓ ਸੁਨਹਿ ਧੁਨ ਕਾਨ। ਬਾਬਾ ਜੀ ਦੇਖਣ ਲੱਗੇ, ਪਿੱਛੋਂ ਵਹੀਰ ਆ ਰਹੀ ਸੀ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਗੁਰੂ ਦੇ ਪਰਿਵਾਰਾਂ ਨੂੰ ਲੈ ਕੇ ਆ ਰਹੇ ਸਨ। ਉਹਨਾਂ ਦੀ ਆਵਾਜ਼ ਘੋੜਿਆਂ ਦੀ, ਗੜਵਹਿਲਾਂ ਦੀ, ਗੱਡਿਆਂ ਦੀ ਉਹ ਵੀ ਪਿੱਛੋਂ ਸੁਣਾਈ ਦਿੱਤੀ ਹੈ। ਕਿਤਕ ਦੂਰ ਆਗੇ ਚੱਲ ਗਏ। ਤੇ ਕਹਿੰਦੇ ਕੁਝ ਕੁ ਦੂਰ ਤਾਈਂ ਭਾਈ ਬਿਧੀ ਚੰਦ ਜੀ ਅੱਗੇ ਗਏ ਹਨ ਵੇਖਣ ਵਾਸਤੇ, ਲੈਣ ਵਾਸਤੇ। ਬਜਤ ਨਿਸ਼ਾਨ ਤਬਹਿ ਸੁਨ ਲਏ। ਆ ਉੱਥੇ ਨਗਾਰੇ ਦੀ ਆਵਾਜ਼ ਸੁਣਾਈ ਦਿੱਤੀ ਹੈ। ਸਵਾ ਜਾਮ ਦਿਨ ਚੜਿਓ ਨਿਹਾਰਾ। ਤੇ ਸਵਾ ਪੈਰ ਦਿਨ ਚੜਿਆ ਜਦੋਂ ਵੇਖਿਆ। ਉੱਤਰ ਪਰਿਓ ਸਭ ਗੁਰ ਪਰਵਾਰਾ। ਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਪਰਿਵਾਰ ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਉੱਥੇ ਉਤਰਿਆ ਵੇਖਿਆ। ਕਹਿ ਕਰ ਦੀਰਘ ਫਰਸ਼ ਕਰਾਇਓ। ਤੇ ਉੱਥੇ ਸਾਰੇ ਬੈਠਣ ਵਾਸਤੇ ਵੱਡੇ ਵੱਡੇ ਫਰਸ਼, ਕਲੀਨ, ਦਰੀਆਂ, ਚਾਦਰਾਂ ਵਿਛਾ ਲਈਆਂ ਵੀ ਕੁਝ ਸਮਾਂ ਆਰਾਮ ਕਰਾਂਗੇ। ਗੁਰ ਸੁਤ ਬੈਠ ਦੀਵਾਨ ਲਗਾਇਓ। ਬਾਬਾ ਗੁਰਦਿੱਤਾ ਜੀ ਵੀ ਦੀਵਾਨ ਲਾ ਕੇ ਬੈਠ ਗਏ। ਬਾਬਕ ਸ਼ਬਦ ਗਾਵਨੇ ਲਾਗਿਓ। ਤੇ ਗੁਰੂ ਘਰ ਦੇ ਕੀਰਤਨੀਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਰਬਾਬੀ ਭਾਈ ਬਾਬਕ ਜੀ ਉੱਥੇ ਹੀ ਕੀਰਤਨ ਕਰਨ ਲੱਗ ਪਏ, ਕਿਉਂਕਿ ਗੁਰੂ ਕੇ ਸਿੱਖਾਂ ਦਾ ਕੀਰਤਨ ਆਸਰਾ ਹੈ। ਬਾਣੀ, ਸਿਫਤ, ਨਾਮ ਜਪਣਾ, ਕੀਰਤਨ ਕਰਨਾ ਇਹ ਸਿੱਖ ਦੀ ਖੁਰਾਕ ਹੈ। ਜਿੱਥੇ ਵੀ ਸਿੱਖ ਬੈਠੇਗਾ, ਭਾਵੇਂ ਉਹ ਕਿਸੇ ਮੁਲਕ ਵਿੱਚ ਹੋਵੇ, ਕਿਸੇ ਦੇਸ਼ ਵਿੱਚ ਹੋਵੇ, ਕਿਸੇ ਜਗ੍ਹਾ 'ਤੇ, ਕਿਸੇ ਪਰਿਸਥਿਤੀ 'ਚ ਹੋਵੇ, ਗੁਰਬਾਣੀ ਜ਼ਰੂਰ ਪੜ੍ਹਨੀ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਕਹਿੰਦੇ ਉੱਥੇ ਹੀ ਭਾਈ ਬਾਬਕ ਜੀ ਕੀਰਤਨ ਕਰਨ ਲੱਗ ਪਏ। ਸੁਨ ਪ੍ਰਭ ਮਹਿਮਾ ਮਨ ਅਨੁਰਾਗਿਓ। ਮਹਾਰਾਜ ਦੀ ਬਾਣੀ ਦਾ ਕੀਰਤਨ, ਪਰਮੇਸ਼ਰ ਦੀ ਸਿਫਤ ਸਲਾਘਾ ਸੁਣੀ। ਬਾਬਾ ਗੁਰਦਿੱਤਾ ਜੀ ਅਤੇ ਗੁਰੂ ਦੇ ਪਰਿਵਾਰ, ਮਹਿਲਾਂ ਤੇ ਸਾਹਿਬਜ਼ਾਦਿਆਂ ਨੂੰ ਬੜਾ ਹੀ ਮਨ 'ਚ ਪ੍ਰੇਮ ਜਾਗਿਆ। ਬਿਧੀ ਚੰਦ ਤੇ ਸੁਨ ਗੁਰ ਕਾਨ। ਤੇ ਇਹ ਗੱਲ ਬਾਬਾ ਬਿਧੀ ਚੰਦ ਨੇ ਆ ਕੇ ਗੁਰੂ ਸਾਹਿਬ ਨੂੰ ਦੱਸੀ ਵੀ ਪਿੱਛੇ ਪੜਾਵ ਲਾ ਕੇ, ਦੀਵਾਨ ਲਾ ਕੇ ਸਾਰੇ ਕੀਰਤਨ ਕਰਨ ਲੱਗ ਪਏ। ਮਹਾਰਾਜ ਤੁਹਾਡਾ ਪਰਿਵਾਰ, ਤੁਹਾਡੇ ਬੱਚੇ, ਤੁਹਾਡੀ ਸੰਗਤਾਂ, ਜਿਹੜਾ ਪਿੱਛੇ ਵਹੀਰ ਆ ਰਿਹਾ ਉਹ ਪਿੱਛੇ ਰੁਕ ਕੇ ਕੀਰਤਨ ਕਰ ਰਹੇ ਹਨ।
ਆਗੇ ਗਏ ਸਕਲ ਕਰ ਪਿਆਨ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਇਸ਼ਾਰਾ ਕੀਤਾ ਤੇ ਫਿਰ ਸਾਰੇ ਅੱਗੇ ਚਲੇ ਗਏ। ਚੜੇ ਤੋ ਰੰਗ ਅਗਾਰੀ ਚਲੇ। ਜਦੋਂ ਮਹਾਰਾਜ ਨੂੰ ਪਤਾ ਲੱਗਾ ਵੀ ਹੁਣ ਪਰਿਵਾਰ ਸਾਰਾ ਅੱਗੇ ਤੁਰ ਪਿਆ ਤੇ ਫਿਰ ਮਹਾਰਾਜ ਵੀ ਘੋੜੇ ਤੇ ਤੁਰ ਕੇ ਤਿਸ ਥਲ ਕੀ ਮਹਿਮਾ ਕਹਿ ਭਲੇ। ਉਸ ਜਗ੍ਹਾ ਦੀ ਮਹਿਮਾ ਦੱਸੀ। ਉੱਥੇ ਅੱਜ ਕੱਲ੍ਹ ਗੁਰੂ ਘਰ ਬਣ ਗਿਆ ਹੈ, ਕਿਉਂਕਿ ਸਾਧ ਸੰਗਤ ਜੀ ਇਹ ਪਹਿਲਾਂ ਜਿਹੜੇ ਅਸਥਾਨ ਸੀ, ਖੂਹ ਵਗੈਰਾ ਨਿਸ਼ਾਨੀਆਂ ਸੀਗੀਆਂ। ਕੋਈ ਦਰਖਤ ਹੁੰਦੇ ਸੀ, ਕੋਈ ਨਿਸ਼ਾਨੀਆਂ ਹੁੰਦੀਆਂ ਸੀ ਵੀ ਇਸ ਦਰਖਤ ਥੱਲੇ ਗੁਰੂ ਸਾਹਿਬ ਬੈਠੇ। ਇਹ ਖੂਹ ਤੇ ਗੁਰੂ ਸਾਹਿਬ ਨੇ ਪਾਣੀ ਪੀਤਾ। ਫਿਰ ਜਦੋਂ ਸੰਗਤਾਂ ਹੌਲੇ ਹੌਲੇ ਸੋਝੀ ਆਈ, ਜਿਵੇਂ ਬਾਣੀ 'ਚ ਬਚਨ ਆਉਂਦਾ ਨਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਗੁਰੂ ਕੇ ਸਿੱਖਾਂ ਨੇ ਉਹ ਸਥਾਨਾਂ ਦੀ ਧੂੜੀ ਮੱਥੇ ਨੂੰ ਲਾਈ, ਇੱਥੇ ਗੁਰੂ ਸਾਹਿਬ ਬੈਠੇ। ਪਹਿਲਾਂ ਮਾਇਆ ਦਾ ਵੀ ਪਹਿਰਾ ਮਸਤਾਨਾ ਸੀ, ਸਿੰਘ ਜੰਗਾਂ ਯੁੱਧਾਂ 'ਚ ਰਹੇ, ਸਿਰਫ ਉਹ ਨਿਸ਼ਾਨੀਆਂ ਹੀ ਸਨ ਵੀ ਇੱਥੇ ਗੁਰੂ ਸਾਹਿਬ ਬੈਠੇ। ਕੋਈ ਪ੍ਰੇਮੀਆਂ ਨੇ ਥੜੇ ਬਣਾ ਤੇ, ਕੋਈ ਦਰਖਤਾਂ ਦੀ ਜਾਂ ਖੂਹਾਂ ਦੀ ਸੰਭਾਲ ਹੋਈ। ਫਿਰ ਜਦੋਂ ਖਾਲਸੇ ਦਾ ਰਾਜ ਆਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਉਹਨਾਂ ਨੂੰ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਰਾਮਦਾਸ ਨੇ ਰਾਜ ਦਿੱਤਾ, ਖਾਲਸੇ ਦਾ ਰਾਜ ਹੋ ਗਿਆ। ਉਹਨਾਂ ਫਿਰ ਖਾਲਸੇ ਦੇ ਰਾਜ ਵਿੱਚ ਬਹੁਤ ਗੁਰਦੁਆਰੇ ਬਣਾਏ। ਫਿਰ ਸੰਗਤਾਂ ਵੀ ਜਾਗ ਪਈਆਂ ਇਲਾਕੇ ਦੀਆਂ ਵੀ ਆਪਣੇ ਇਲਾਕੇ 'ਚ ਗੁਰੂ ਘਰ ਹੈ, ਆਪਾਂ ਬਣਾਈਏ। ਕਈ ਜਗ੍ਹਾ 'ਤੇ ਕੱਚੇ ਹੀ ਗੁਰਦੁਆਰੇ ਸਨ, ਹੌਲੇ ਹੌਲੇ ਪੱਕੇ ਬਣ ਗਏ। ਹੁਣ ਤਾਂ ਬਹੁਤ ਹੀ ਮਹਾਰਾਜ ਦੀ ਕਿਰਪਾ, ਕਿਸੇ ਇਲਾਕੇ 'ਚ ਕਮੀ ਕੋਈ ਨਹੀਂ। ਸੋ ਫਿਰ ਵੀ ਕੁਝ ਸਥਾਨ ਅਜੇ ਹੈਗੇ ਆ। ਆਹ ਪਿੱਛੇ ਜੀ ਇੱਕ ਰੌਲਾ ਪਿਆ ਸੀ ਵੀ ਸੈਯਦ ਰਾਜਾ ਕੋਈ ਸਥਾਨ ਹੈ ਉੱਧਰ ਬਨਾਰਸ ਵਾਲੇ ਪਾਸੇ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਨੇ, ਅਤੇ ਸਾਡੇ ਪੰਜਾਬ ਵਾਲੇ ਸਿੰਘ ਕਹਿੰਦੇ ਸਾਨੂੰ ਦਿਓ। ਉਹ ਪੰਡਤ ਉੱਥੇ ਸੇਵਾ ਕਰਦੇ, ਉਹ ਕਹਿੰਦੇ ਅਸੀਂ ਨਹੀਂ ਦੇਣਾ। ਬੜਾ ਰੌਲਾ ਰਿਹਾ ਪਿੱਛੇ ਜੀ ਨੈੱਟ ਦੇ ਉੱਤੇ। ਪਰ ਜਦੋਂ ਅਸੀਂ ਉਹਦਾ ਇਤਿਹਾਸ ਪਤਾ ਕੀਤਾ, ਕਿਉਂਕਿ ਸਾਡੇ ਕੋਲ ਵੀ ਕਈ ਵਾਰੀ ਪੁਰਾਤਨ ਗ੍ਰੰਥਾਂ 'ਚੋਂ ਕੁਛ ਨਾ ਕੁਛ ਮਿਲ ਜਾਂਦਾ, ਤਾਂ ਇੱਕ ਪੁਰਾਤਨ ਸੋਰਸ ਮਿਲਿਆ ਹੈ ਵੀ ਉੱਥੇ ਗੁਰੂ ਮਹਾਰਾਜ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ। ਉਹਨਾਂ ਦਾ ਸਥਾਨ ਹੈ ਉਹ। ਅਤੇ ਅੱਜ ਤੋਂ ਕੋਈ 150 ਸਾਲ ਪਹਿਲਾਂ ਤੱਕ ਗੁਰਦੁਆਰਾ ਸੀਗਾ। ਅਤੇ ਇੱਕ ਭਾਈ ਧੰਨਾ ਸਿੰਘ ਜੀ ਪਟਿਆਲੇ ਦੇ ਹੋਏ, ਮਹਾਰਾਜਾ ਪਟਿਆਲਾ ਦੇ ਕਿਸੇ ਮਹਿਕਮੇ 'ਚ ਡਰਾਈਵਰ ਸਨ, ਟੈਕਸੀ ਚਲਾਉਂਦੇ ਸਨ। ਉਮਰ ਵੀ ਕੋਈ ਬਹੁਤੀ ਨਹੀਂ ਸੀ, 25 ਸਾਲ ਦੀ ਉਮਰ ਦੇ ਵਿੱਚ ਭਾਈ ਧੰਨਾ ਸਿੰਘ ਜੀ ਸਾਈਕਲ ਦੇ ਉੱਤੇ ਕਾਬਲ ਤੋਂ ਲੈ ਕੇ ਬੰਗਲਾਦੇਸ਼ ਤੱਕ ਜਿੰਨੇ ਗੁਰੂ ਦਸਾਂ ਪਾਤਸ਼ਾਹੀਆਂ ਦੇ ਸਥਾਨ ਉਹਨਾਂ ਨੂੰ ਪਤਾ ਲੱਗਾ, ਪਿੰਡਾਂ 'ਚ ਥਾਵਾਂ ਥਾਵਾਂ 'ਤੇ ਗਏ। 8 ਡਾਇਰੀਆਂ ਉਹਨਾਂ ਨੇ ਲਿਖੀਆਂ, 8 ਡਾਇਰੀਆਂ ਲਿਖੀਆਂ। ਜਿੱਥੇ ਜਾਂਦੇ ਸੀ ਉਹ ਪਿੰਡ ਦਾ, ਸ਼ਹਿਰ ਦਾ ਨਾਂ ਲਿਖਦੇ ਸੀ, ਉੱਥੋਂ ਦਾ ਇਤਿਹਾਸ ਲਿਖਦੇ ਸੀ, ਉੱਥੇ ਕੌਣ ਰਹਿੰਦਾ ਉਹ ਵੀ ਲਿਖਦੇ ਸੀ, ਉੱਥੇ ਆਮਦਨ ਕਿੰਨੀ ਹੈ, ਉਹ ਕੌਣ, ਪ੍ਰਬੰਧਕ ਕਮੇਟੀ ਕਿਹੜੀ ਹੈ, ਕੋਈ ਸੰਤ ਮਹੰਤ ਹੈ, ਕੋਈ ਬੈਠਾ, ਉਹਦਾ ਸਾਰਾ ਵੇਰਵਾ ਦੱਸਦੇ ਸੀ। ਉਹ ਡਾਇਰੀਆਂ ਸਾਧ ਸੰਗਤ ਜੀ, ਉਹ ਆਪਣੇ ਇੱਕ ਮਿੱਤਰ ਭਾਈ ਗੁਰਬਖਸ਼ ਸਿੰਘ ਜੀ ਮਿਸਤਰੀ ਸਨ ਪਟਿਆਲੇ, ਉਹਨਾਂ ਦੇ ਕੋਲ ਰੱਖ ਕੇ ਉਹ ਤਾਂ ਇਹ ਵੀ ਲਿਖ ਕੇ ਗਏ ਸੀ ਵੀ ਇਹ ਗੁਰਬਖਸ਼ ਸਿੰਘ ਹੋਰਾਂ ਕੋਲ ਗੁਰੂ ਦੀ ਪੰਥ ਦੀ ਅਮਾਨਤ ਹੈ, ਜੇ ਮੈਂ ਜਿਉਂਦਾ ਰਿਹਾ ਮੈਂ ਆ ਕੇ ਲਵਾਂਗਾ, ਜੇ ਮੈਂ ਚੜ੍ਹਾਈ ਕਰ ਗਿਆ ਤਾਂ ਗੁਰਬਖਸ਼ ਸਿੰਘ ਹੋਰੀ ਸਾਂਭਣਗੇ, ਜੇ ਇਹ ਚੜ੍ਹਾਈ ਕਰ ਗਏ ਤਾਂ ਫਿਰ ਗੁਰੂ ਸਾਂਭੇਗਾ। ਇਹ ਉਹਨਾਂ ਦੀ ਡਾਇਰੀ 'ਚ ਲਿਖਿਆ ਹੋਇਆ, ਪਟਿਆਲੇ ਦੇ ਸਨ ਉਹ। ਫਿਰ ਭਾਈ ਧੰਨਾ ਸਿੰਘ ਜੀ ਕਿਤੇ ਇੱਧਰ ਗਏ ਸਨ, ਪੰਜਾਬ ਦੇ ਜਿਹੜਾ ਪਾਕਿਸਤਾਨ ਦਾ ਇਲਾਕਾ, ਉੱਥੇ ਕਿਤੇ ਕਸ਼ਮੀਰ ਦੇ ਉੱਪਰ ਚੜ੍ਹਾਈ ਚੜ੍ਹਦਿਆਂ ਉੱਥੇ ਕਿਤੇ ਕਿਸੇ ਸਿੰਘ ਕੋਲ ਠਹਿਰੇ ਸਨ। 4 ਸਾਲ ਹੋ ਗਏ ਸਨ, 5ਵਾਂ ਸਾਲ ਸਮਝੋ ਸ਼ੁਰੂ ਹੀ ਸੀ, ਅਤੇ 9ਵੀਂ ਡਾਇਰੀ ਲਿਖ ਰਹੇ ਸਨ। 8 ਡਾਇਰੀਆਂ ਤਾਂ ਪਟਿਆਲੇ ਪਈਆਂ, 9ਵੀਂ ਡਾਇਰੀ ਲਿਖ ਰਹੇ ਸਨ। ਉਹ ਕਿਤੇ ਹੋਇਆ ਕਿ ਵੀ ਜਿਹੜਾ ਸਿੰਘ ਦੇ ਕੋਲ ਠਹਿਰੇ ਸੀ ਉਹ ਆਪਣੀ ਬੰਦੂਕ ਸਾਫ਼ ਕਰ ਰਿਹਾ ਸੀ, ਬੰਦੂਕ ਦੇ ਵਿੱਚ ਗੋਲੀ ਚੱਲ ਗਈ, ਭਾਈ ਧੰਨਾ ਸਿੰਘ ਚੜ੍ਹਾਈ ਕਰ ਗਏ।
ਉਹ 9ਵੀਂ ਡਾਇਰੀ ਵੀ ਨਹੀਂ ਮਿਲੀ ਉਹਨਾਂ ਦੀ, ਪਰ 8 ਡਾਇਰੀਆਂ ਜਿਹੜੀਆਂ ਲਗਭਗ 1934 ਤੋਂ ਲੈ ਕੇ 1934 ਦੀਆਂ ਪਈਆਂ, ਆ 2006-7 ਵਿੱਚ ਖੁੱਲ੍ਹੀਆਂ। ਉਹ ਇੱਕ ਸਿੰਘ ਨੇ ਭਾਸ਼ਾ ਵਿਭਾਗ ਪੰਜਾਬ, ਇੱਕ ਅਦਾਰਾ ਸਰਕਾਰ ਦਾ, ਪੰਜਾਬ ਸਰਕਾਰ ਦਾ, ਉਹ ਗ੍ਰੰਥ ਛਾਪਦੇ ਆ, ਸੂਰਜ ਪ੍ਰਕਾਸ਼ ਵੀ ਉਹੀ ਛਾਪਦੇ ਆ। ਅਤੇ ਉਹਨਾਂ ਦੇ ਕੋਲ ਇੱਕ ਉੱਥੇ ਜਿਹੜੇ ਡਾਇਰੈਕਟਰ ਸੀ ਸਰਦਾਰ ਚੇਤਨ ਸਿੰਘ ਜੀ, ਉਹਨਾਂ ਕੋਲ ਕਿਸੇ ਨੇ ਗੱਲ ਕੀਤੀ ਬਈ ਇੱਥੇ ਇੱਕ ਸਿੰਘ ਦੀਆਂ ਹੱਥ ਲਿਖਤ ਡਾਇਰੀਆਂ ਨੇ। ਉਹ ਭਾਈ ਚੇਤਨ ਸਿੰਘ ਜੀ ਉਹ ਘਰ ਗਏ, ਮਿਲੇ। ਉਹ ਜਦੋਂ ਦੇਖੇ ਦਾ ਇਤਿਹਾਸ ਦਾ ਇੰਨਾ ਜ਼ਿਆਦਾ ਖਜ਼ਾਨਾ ਉਹਨਾਂ ਵਿੱਚ, ਤਾਂ ਫਿਰ ਭਾਈ ਚੇਤਨ ਸਿੰਘ ਜੀ ਨੇ ਉਹ ਸਾਰਾ ਕੰਪੋਜ਼ਿੰਗ ਕਰਾ ਕੇ ਨਾ ਕੰਪਿਊਟਰ 'ਤੇ ਉਹ ਇੱਕ ਗ੍ਰੰਥ ਬਹੁਤ ਵੱਡਾ ਛਾਪਿਆ। ਉਹ ਗ੍ਰੰਥ ਘੱਟੋ ਘੱਟ ਵੀ 1000 ਪੰਨੇ ਦੇ ਨੇੜੇ ਹੈ, ਬਰੀਕ ਅੱਖਰਾਂ 'ਚ। ਦਾਸ ਨੇ ਉਹਨੇ ਕੋਈ ਪਿਛਲੇ ਸਾਲ ਹੋਲੇ ਮਹੱਲੇ 'ਤੇ ਐਤਕੀ ਅਨੰਦਪੁਰ ਸਾਹਿਬ ਮੈਨੂੰ ਕਿਸੇ ਸਿੰਘ ਨੇ, ਉਹ ਕਹਿੰਦੇ ਵੀ ਆ ਗਿਆਨੀ ਜੀ ਖਜ਼ਾਨਾ ਨਵਾਂ ਪ੍ਰਗਟ ਹੋਇਆ, ਦੇਖਿਆ, ਅਸੀਂ ਪੜ੍ਹਿਆ। ਉਹਦੇ ਵਿੱਚ ਉਸ ਰਾਜਾ ਸ਼ਈਅਦ, ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਉਹਦਾ ਵੀ ਜ਼ਿਕਰ ਆਇਆ। ਉਹ ਧੰਨਾ ਸਿੰਘ ਉੱਥੇ ਵੀ ਗਿਆ। ਉਹ ਕਹਿੰਦਾ ਵੀ ਗੁਰਦੁਆਰਾ ਤਾਂ ਢਹਿ ਚੁੱਕਾ ਹੈ। ਦੇਖੋ 100 ਸਾਲ ਪਹਿਲਾਂ 1934 'ਚ ਲਿਖਿਆ, ਕਹਿੰਦੇ ਗੁਰਦੁਆਰਾ ਤਾਂ ਢਹਿ ਚੁੱਕਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਧੂਪ ਬੱਤੀ ਉਹ ਜਿਹੜੇ ਨੇ ਪੰਡਤ ਬਾਹਮਣ ਲੋਕ ਕਰਦੇ ਨੇ। ਖੈਰ ਉਹਨਾਂ ਨੂੰ ਜਿੰਨਾ ਪਤਾ, ਹੁਣ ਵੀ ਉਹ ਅਜੇ ਤੱਕ ਕਰਦੇ ਨੇ। 1934 ਦੇ ਵਿੱਚ ਅਤੇ ਹੁਣ ਕਿੰਨਾ ਫਰਕ ਹੈ, 85 ਸਾਲ ਸਮਝੋ ਘੱਟੋ ਘੱਟ ਹੋ ਗਏ ਨੇ, 86 ਸਾਲ ਅਜੇ ਤੱਕ ਉਹ ਕਰਦੇ ਨੇ। ਸਾਨੂੰ ਚਾਹੀਦਾ, ਜਿਹੜੇ ਆਪਾਂ ਬਾਹਰ ਬੈਠੇ ਹਾਂ ਨਾ ਸਿੰਘ, ਅਮਰੀਕਾ ਕਨੇਡਾ 'ਚ, ਸਾਨੂੰ ਇਹ ਸਾਡੀ ਹੁਣ ਜ਼ਿੰਮੇਵਾਰੀ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਮਿਲਿਆ ਸੀ, ਅੱਜ ਸਾਨੂੰ ਵੀ ਰਾਜ ਮਿਲਿਆ ਹੋਇਆ। ਕਿਵੇਂ ਰਾਜ ਮਿਲਿਆ ਹੋਇਆ? ਸਾਨੂੰ ਗੁਰੂ ਨੇ ਮਾਇਆ ਦਿੱਤੀ ਹੈ, ਬਹੁਤਾ ਨਹੀਂ ਤਾਂ ਇੱਕ ਕਮਰਾ ਹੀ ਉੱਥੇ ਪਵਾ ਦਈਏ, ਸੋਹਣਾ ਕਮਰਾ ਹੋਵੇ, ਗੁਰਦੁਆਰਾ ਹੋਵੇ ਬਣਿਆ, ਵਧੀਆ ਤੋਂ ਵਧੀਆ ਬਣਾ ਸਕਦੇ ਹਾਂ ਅਸੀਂ। ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਜਗ੍ਹਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਚੱਕ ਲਿਆਵਾਂਗੇ, ਉਹ ਮੰਦਿਰ ਬਣਾ ਲੈਣਗੇ, ਉਹ ਰਮਾਇਣ ਪ੍ਰਕਾਸ਼ ਕਰ ਲੈਣਗੇ। ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਤੇਗ ਬਹਾਦਰ ਦੀ ਜਗ੍ਹਾ ਖਤਮ ਹੋਏਗੀ ਨਾ। ਸੋ ਇੰਨੀ ਕੱਟੜਤਾ ਨਹੀਂ ਹੋਣੀ ਚਾਹੀਦੀ ਵੀ ਉਹ ਪੰਡਤ ਨੇ ਅਤੇ ਆਪਾਂ ਉਹਨਾਂ ਕੋਲੋਂ ਚੱਕ ਕੇ ਲਿਆਉਣਾ, ਬਲਕਿ ਉਹਨਾਂ ਨੂੰ ਪ੍ਰੇਮ ਕਰੋ, ਗੁਰਦੁਆਰਾ ਬਣਾ ਕੇ ਦਿਓ, ਉੱਥੇ ਕੋਈ ਸੇਵਾਦਾਰ ਛੱਡੋ ਅਤੇ ਆਮਦਨ ਹੋਵੇਗੀ। ਉਹਨਾਂ ਨੂੰ ਵੀ ਬੇਨਤੀ ਕਰੋ ਵੀ ਭਾਈ ਤੁਸੀਂ ਗੁਰੂ ਮਹਾਰਾਜ ਦੀ ਸੇਵਾ ਕਰਨੀ ਹੈ, ਰਹਿਤ ਬਹਿਤ ਰੱਖੋ। ਜਦੋਂ ਕਿਸੇ ਨੂੰ ਰੋਟੀ ਮਿਲੇਗੀ ਨਾ, ਉਹ ਗੁਰਸਿੱਖੀ ਵੀ ਧਾਰਨ ਕਰਕੇ ਸੇਵਾ। ਅਸੀਂ ਵੀ ਤਾਂ ਗੁਰੂ ਕੇ ਸਿੱਖ ਬਣੇ ਹੀ ਆ ਨਾ, ਕੋਈ ਕਿਸੇ ਤਰ੍ਹਾਂ ਬਣਿਆ, ਕੋਈ ਕਿਸੇ ਤਰ੍ਹਾਂ ਬਣਿਆ। ਸਾਡੇ ਗਿਆਨੀ ਜੀ ਹੁੰਦੇ ਸੀ, ਗਿਆਨੀ ਇਕਬਾਲ ਸਿੰਘ, ਸ਼ਾਇਦ ਹੁਣ ਵੀ ਹੈਗੇ, ਮੀਰਾ ਕੋਟੀਏ। ਉਹ ਹਰਿਮੰਦਰ ਸਾਹਿਬ ਕਈ ਵਾਰੀ ਪ੍ਰਚਾਰ ਕਰਦੇ, ਮੇਰੇ ਨਾਲ ਬਹੁਤ ਪ੍ਰੇਮ ਸੀ, ਮਸ਼ਕੀਨ ਜੀ ਨਾਲ ਵੀ ਜਾਂਦੇ ਹੁੰਦੇ ਸੀ। ਉਹ ਬਜ਼ੁਰਗ ਸੀਗੇ। ਉਹਨਾਂ ਮੈਨੂੰ ਇੱਕ ਗੱਲ ਕਹੀ, ਕਹਿੰਦੇ ਸ਼ੇਰ ਸਿੰਘ, ਕਹਿੰਦੇ ਅੱਧੇ ਸਿੱਖ ਤੇ ਆਪਾਂ ਨਾ ਗੁਰਦੁਆਰਿਆਂ ਦੇ ਆਸਰੇ 'ਤੇ ਸਿੱਖ ਬਣੇ ਆ। ਮੈਂ ਕਿਹਾ ਬਾਪੂ ਜੀ ਕਿਵੇਂ? ਕਹਿੰਦੇ ਕਿਸੇ ਨੇ ਨੌਕਰੀ ਕਰਨੀ ਰਾਗੀ ਬਣ ਕੇ, ਕਿਸੇ ਨੇ ਕਥਾਵਾਚਕ ਬਣ ਕੇ, ਕਿਸੇ ਨੇ ਸੇਵਾਦਾਰ ਬਣ ਕੇ, ਪ੍ਰਸ਼ਾਦਾ ਇੱਥੋਂ ਮਿਲਦਾ। ਮਜਬੂਰੀ ਵੀ ਹੈ ਵੀ ਅਸੀਂ ਸਿੱਖੀ ਛੱਡ ਹੀ ਨਹੀਂ ਸਕਦੇ। ਅਸੀਂ ਕਿੱਥੇ ਜਾਵਾਂਗੇ ਸਿੱਖੀ ਛੱਡ ਕੇ? ਜਿਹਨੂੰ ਪ੍ਰਸ਼ਾਦਾ ਮਿਲੇਗਾ ਨਾ, ਉਹ ਗੁਰੂ ਘਰ ਨਹੀਂ ਛੱਡ ਕੇ ਜਾਏਗਾ। ਝਾੜੂ ਬੱਤੀ ਦੀਵਾ ਹੁੰਦਾ। ਅਸੀਂ ਇਹ ਚੀਜ਼ਾਂ ਦਾ ਖਿਆਲ ਨਹੀਂ ਕਰਦੇ। ਗੁਰਦੁਆਰੇ ਜਿਹੜੇ ਸਨ, ਇਹ ਸਿੱਖੀ ਦਾ ਕੇਂਦਰ ਬਣੇ ਰਹੇ। ਇਲਾਕੇ ਦੀਆਂ ਸੰਗਤਾਂ ਆਉਂਦੀਆਂ ਜਾਂਦੀਆਂ, ਮੱਥਾ ਟੇਕਦੀਆਂ, ਸ਼ਰਧਾ ਬਣੀ ਸੀ। ਆਪਾਂ ਜੁੜੇ ਹੋਏ ਹਾਂ। ਅਤੇ ਜੇ ਸਾਧ ਸੰਗਤ ਜੀ ਆਪਾਂ ਇਹਨਾਂ ਗੁਰਦੁਆਰਿਆਂ ਦਾ, ਸਥਾਨਾਂ ਦਾ ਖਹਿੜਾ ਛੱਡ ਦਿੱਤਾ ਵੀ ਚਲੋ ਗਿਆ ਸੋ ਗਿਆ, ਅਤੇ ਫਿਰ ਇੱਕ ਤਾਂ ਗੁਰਬਾਣੀ ਦਾ ਜਿਹੜਾ ਹੁਕਮ ਹੈ ਵੀ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਇੱਕ ਤਾਂ ਉਹ ਬਚਨ ਦੀ ਉਲੰਘਣਾ ਹੋ ਗਈ ਅਤੇ ਸਿੱਖੀ ਤੋਂ ਆਪਾਂ ਟੁੱਟ ਗਏ। ਫਿਰ ਉਹ ਗੁਰੂ ਦੇ ਸਥਾਨ ਇਤਿਹਾਸੀ ਸਾਡੀ ਪ੍ਰੋਪਰਟੀ ਹੈ, ਸਾਡੇ ਗੁਰੂਆਂ ਦੀ ਪ੍ਰੋਪਰਟੀ ਹੈ, ਉਹ ਸਾਡੇ ਤੋਂ ਚਲੀ ਗਈ। ਇਸ ਕਰਕੇ ਜਿੱਥੇ ਵੀ ਦੁਨੀਆ ਤੁਹਾਨੂੰ ਪਤਾ ਲੱਗੇ ਵੀ ਗੁਰਦੁਆਰਾ ਸੀ ਅਤੇ ਗੁਰੂ ਮਹਾਰਾਜ ਦੇ ਚਰਨ ਪਏ ਜਾਂ ਸ਼ਹੀਦਾਂ ਸਿੰਘਾਂ ਦੇ ਕੋਈ ਸਥਾਨ ਨੇ, ਉੱਥੇ ਥੋੜ੍ਹੀ ਜਿੰਨੀ ਕਰ ਸਕਦੇ, ਜੇ ਕੋਈ ਬਿਲਡਿੰਗ ਦੀ ਕਮੀ ਹੈ ਬਿਲਡਿੰਗ ਬਣਾ ਕੇ ਦਿਓ। ਹੁਣ ਯੂਪੀ ਤੋਂ ਲੈ ਕੇ ਬੰਗਲਾਦੇਸ਼ ਤੱਕ ਕਈ ਜਗ੍ਹਾ ਐਸੀਆਂ ਨੇ ਜਿੱਥੇ ਗੁਰਦੁਆਰੇ ਢਹਿ ਚੁੱਕੇ ਆ।
ਕਾਰਨ ਕੀ, ਉਹਨਾਂ ਸ਼ਹਿਰਾਂ 'ਚ ਸਿੱਖ ਰਹੇ ਨਹੀਂ। ਜਦੋਂ 84 ਦਾ ਭਾਣਾ ਵਰਤਿਆ, 2-2 4-4 ਘਰ ਸੀ, ਕਈ ਤਾਂ ਵਿਚਾਰੇ ਪੰਜਾਬ 'ਚ ਡਰ ਕੇ ਆ ਗਏ, ਛੱਡ ਕੇ ਆ ਗਏ। ਉੱਥੇ ਮਾੜੀ ਮੋਟੀ ਜਿਹੜੀ ਦੀਵਾ ਬੱਤੀ ਹੁੰਦੀ ਸੀ ਉਹ ਬੰਦ ਹੋ ਗਈ, ਕੋਈ ਹੋਰ ਕਾਰਨ ਬਣ ਗਏ। ਉਹ ਜਿਹੜੀਆਂ ਸਾਡੀਆਂ ਪ੍ਰਾਪਰਟੀਆਂ ਇਤਿਹਾਸੀ ਹਨ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਯਾਦਗਾਰਾਂ ਨੇ, ਉਹ ਲੋਪ ਹੋ ਰਹੀਆਂ। ਇੱਧਰ ਹਿਮਾਚਲ 'ਚ ਵੀ ਹਨ ਕਈ ਜਗ੍ਹਾ ਐਸੀਆਂ ਜਿਹੜੀਆਂ ਪਾਕਿਸਤਾਨ ਦਾ ਸਾਡੀ ਮਜਬੂਰੀ ਬਣ ਗਈ ਹੈ ਵੀ ਉੱਥੇ, ਚਲੋ ਹੁਣ ਇੱਥੋਂ ਦੇ ਬਾਹਰ ਵਾਲੇ ਕੁਝ ਸਿੰਘ ਗਏ ਨੇ ਪਾਕਿਸਤਾਨ ਦੇ ਕਈ ਪਿੰਡਾਂ 'ਚ, ਕੋਸ਼ਿਸ਼ ਕੀਤੀ ਹੈ ਵੀ ਚਲੋ ਯਾਦਗਾਰਾਂ ਮਾੜੀਆਂ ਮੋਟੀਆਂ ਸਾਂਭੀਆਂ ਜਾਣ, ਉਹਨਾਂ ਦੀ ਸੇਵਾ ਸੰਭਾਲ ਹੋਵੇ। ਕਦੀ ਸਮਾਂ ਆਵੇਗਾ ਫਿਰ ਮਹਾਰਾਜ ਉੱਥੇ ਰੌਣਕਾਂ ਲਾ ਦੇਗਾ। ਪਰ ਜਿਹੜਾ ਪੰਜਾਬ ਜਾਂ ਇੰਡੀਆ ਦੇ ਵਿੱਚ, ਬਿਹਾਰ ਯੂਪੀ 'ਚ ਅਜੇ ਆਪਣਾ ਇੰਨਾ ਵੀ ਆਪਾਂ ਉੱਥੇ ਗੁਰਦੁਆਰੇ ਜਿਹੜੇ ਨੇ ਇਤਿਹਾਸੀ ਉਹ ਕਾਇਮ ਕਰ ਸਕਦੇ ਹਾਂ। ਰਹੋ ਵਿਚਾਰ, ਇਹ ਜਿੱਥੇ ਮਹਾਰਾਜ ਖੂਹ 'ਤੇ ਬੈਠੇ ਹੈ ਅਤੇ ਖੂਹ 'ਤੇ ਗੁਰੂ ਹਰਗੋਬਿੰਦ ਸਾਹਿਬ ਜਲ ਵੀ ਛਕਿਆ, ਇਸ਼ਨਾਨ ਪਾਣੀ ਕੀਤਾ, ਸਿੰਘਾਂ ਨੇ ਵੀ ਉੱਥੇ ਆਰਾਮ ਕੀਤਾ। ਉੱਥੇ ਵੀ ਫਿਰ ਮਹਾਰਾਜ ਕਹਿੰਦੇ ਸਮਾਂ ਆਵੇਗਾ ਇਹ ਸਾਡੀ ਯਾਦਗਾਰ ਬਣ ਜਾਏਗੀ। ਪਹੁੰਚੇ ਸਤਿਗੁਰ ਤਿਸੀ ਸਥਾਨ। ਮਹਾਰਾਜ ਫਿਰ ਉੱਥੋਂ ਚਾਲਾ ਪਾ ਕੇ ਉੱਥੇ ਪਹੁੰਚ ਗਏ ਜਿੱਥੇ ਬਾਬਾ ਗੁਰਦਿੱਤਾ ਜੀ ਤੇ ਬਾਬਾ ਜੀ ਦਾ ਸਾਰਾ ਗੁਰੂ ਸਾਹਿਬ ਦਾ ਪਰਿਵਾਰ ਭਜਨ ਕੀਰਤਨ ਕਰ ਰਿਹਾ ਸੀ। ਦੇਖਿਓ ਆਗੇ ਲੱਗਿਓ ਦੀਵਾਨ। ਮਹਾਰਾਜ ਨੇ ਵੇਖਿਆ ਕਿ ਦੀਵਾਨ ਲੱਗਾ ਹੋਇਆ, ਭਾਈ ਬਾਬਾ ਕੀਰਤਨ ਕਰ ਰਹੇ ਨੇ, ਗੁਰੂ ਦੇ ਪੁੱਤਰ ਸੁਣ ਰਹੇ ਨੇ, ਸੰਗਤਾਂ ਸੁਣ ਰਹੀਆਂ ਨੇ। ਗਾਵਤ ਸ਼ਬਦ ਸੁੱਤ ਸਾਰੇ ਪ੍ਰੇਮ ਨਾਲ ਸੁਰਤੀ ਜੋੜ ਕੇ ਸ਼ਬਦ ਗਾ ਰਹੇ ਨੇ, ਵਾਹਿਗੁਰੂ ਦੀ ਸਿਫਤ ਕਰ ਰਹੇ ਨੇ। ਹਿਰਦੈ ਆਨੰਦ ਬਿਲੰਦੈ ਧਾਰੇ। ਦੇਖ ਕੇ ਕੱਲ ਮਹਾਰਾਜ ਛੇਵੇਂ ਪਾਤਸ਼ਾਹ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਕਹਿੰਦੇ ਆਹ ਮਰਿਆਦਾ ਹੈ ਗੁਰੂ ਕੇ ਸਿੱਖਾਂ ਦੀ, ਜਿੱਥੇ ਵੀ ਬੈਠਣਾ ਭਜਨ ਕੀਰਤਨ ਕਰਨਾ। ਅਸੀਂ ਲੋਕ ਜਿੱਥੇ ਬੈਠਦੇ ਹਾਂ ਮਾੜੀਆਂ ਚੰਗੀਆਂ ਉਰਲੀਆਂ ਪਰਲੀਆਂ ਗੱਲਾਂ ਕਰਦੇ ਹਾਂ, ਸਾਡੀ ਤਾਂ ਇਹ ਬਿਰਤੀ ਹੈ। ਪਰ ਜਿਹੜੇ ਪੁਰਾਤਨ ਗੁਰਸਿੱਖਾਂ ਦੇ ਸਾਧ ਸੰਗਤ ਦੀ ਸਾਨੂੰ ਦਰਸ਼ਨ ਹੋਏ, ਉਹਨਾਂ ਦੇ ਵਿੱਚ ਇਹ ਦੇਖਿਆ ਵੀ ਉਹਨਾਂ ਨੇ ਜਿੱਥੇ ਵੀ ਬੈਠਣਾ ਕੋਈ ਸ਼ਬਦ ਪੜ੍ਹੋ, ਕੋਈ ਬਾਣੀ ਪੜ੍ਹ ਲਓ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਜਪਜੀ ਸਾਹਿਬ ਦਾ ਪਾਠ ਕਰ ਲਓ, ਕੋਈ ਨਿਤਨੇਮ ਕਰ ਲਓ, ਕੋਈ ਵਾਹਿਗੁਰੂ ਵਾਹਿਗੁਰੂ ਜਪ ਲਓ, ਕੋਈ ਸ਼ਬਦ ਪੜ੍ਹ ਲਓ, ਕੋਈ ਸਾਖੀ ਸੁਣਾ ਦਿਓ, ਕੋਈ ਕਥਾ ਸੁਣਾ ਦਿਓ ਜਾਂ ਸੁਣ ਲਓ। ਇਹ ਹੈ ਗੁਰਸਿੱਖੀ ਦੀ ਮਰਜ਼ਾਦਾ। ਹਾਂਜੀ। ਸਭਿ ਨਹੇਰੇ ਸਤਿਗੁਰ ਆਏ। ਜਦੋਂ ਸਾਰਿਆਂ ਨੇ ਵੇਖਿਆ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਆ ਗਏ ਹਨ, ਖਰੇ ਭਏ ਸਨਮਾਨ ਬਿਠਾਏ। ਤਾਂ ਸਾਰਿਆਂ ਨੇ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਸਨਮਾਨ 'ਚ ਉੱਠ ਕੇ ਗੁਰੂ ਸਾਹਿਬ ਨੂੰ, ਕਿਉਂ ਜਦੋਂ ਗੁਰੂ ਸਾਹਿਬ ਆਉਂਦੇ ਆ ਸਾਰੀ ਸੰਗਤ ਖੜੀ ਹੋ ਜਾਂਦੀ, ਸਾਰੇ ਖੜੇ ਹੋ ਗਏ। ਕਿਉਂਕਿ ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਵੀ ਨਹੀਂ, ਗੁਰੂ ਸਭ ਤੋਂ ਵੱਡਾ ਹੈ। ਤਾਂ ਸਾਰੀ ਸੰਗਤ ਨੇ ਗੁਰੂ ਸਾਹਿਬ ਦਾ ਸਤਿਕਾਰ ਕੀਤਾ ਅਤੇ ਸਨਮਾਨ ਨਾਲ ਗੁਰੂ ਸਾਹਿਬ ਜੀ ਨੂੰ ਬਿਠਾਇਆ ਆਸਣ 'ਤੇ। ਸਕਟ ਆਦਿਕ ਨਰ ਜਿਤਕ ਪਿਛਾਰੀ। ਜਿਹੜੇ ਪਿੱਛੇ ਗੱਡਿਆਂ 'ਤੇ ਰੇੜਿਆਂ 'ਤੇ ਆ ਰਹੇ ਸਨ, ਸਭਨ ਹੇਤ ਇਸ ਥਿਰਤਾ ਧਾਰੀ। ਸਾਰੇ ਰਲ ਜਾਣ, ਸਾਰੇ ਆ ਜਾਣ, ਕਿਉਂਕਿ ਥੱਕੇ ਟੁੱਟੇ ਹਨ, ਮੁਸੀਬਤ ਵਿੱਚੋਂ ਆਏ ਹਨ, ਕਈਆਂ ਨੇ ਪ੍ਰਸ਼ਾਦੇ ਵੀ ਨਹੀਂ ਛਕੇ ਹੋਏ, ਜੰਗ ਦਾ ਜੋ ਮਾਹੌਲ ਸੀਗਾ, ਇਸ ਕਰਕੇ ਸਾਰਿਆਂ ਵਾਸਤੇ ਗੁਰੂ ਸਾਹਿਬ ਇੱਥੇ ਬੈਠ ਗਏ। ਚਰਨ ਕਮਲ ਕੋ ਲਖ ਕਰ ਬੇਲਾ। ਤੇ ਸਾਧ ਸੰਗਤ ਜੀ ਚਰਨ ਕਮਲ ਦੀ ਚੌਂਕੀ ਦਾ ਸਮਾਂ ਸੀਗਾ। ਸ਼ਬਦ ਭੋਗ ਤਬ ਪਾਏ ਸੁਹੇਲਾ। ਤੇ ਉਸ ਵੇਲੇ ਚਰਨ ਕਮਲ ਦੀ ਚੌਂਕੀ ਦਾ ਭੋਗ ਪਾਇਆ ਗਿਆ। ਸਕਲ ਤੁਰੰਗਨ ਦਈ ਨਿਹਾਰੀ। ਸਾਰੇ ਘੋੜਿਆਂ ਨੂੰ ਪੱਠੇ ਪਾਏ ਗਏ, ਦਾਣਾ ਦਿੱਤਾ ਗਿਆ। ਮਾਰਗ ਸ਼੍ਰਮ ਸਗਰੋ ਨਿਰਵਾਰੀ। ਜਿੰਨਾ ਕੁ ਰਸਤੇ ਦੀ ਥਕਾਵਟ ਸੀ, ਜੰਗ ਜੁੱਧ ਦੀ ਸੀ, ਉੱਥੇ ਦੂਰ ਕੀਤੀ ਹੈ। ਸਾਵਧਾਨ ਬਨ ਤੂਰਨ ਸਾਰੇ। ਸਾਰੇ ਸਾਵਧਾਨ ਹੋਏ ਹਨ। ਸਤਿਗੁਰ ਹੋਤ ਭਏ ਅਸਵਾਰੇ। ਤੋ ਉੱਥੋਂ ਮਹਾਰਾਜ ਜੀ ਸਵਾਰ ਹੋਏ ਹਨ। ਅੱਜ ਕੱਲ੍ਹ ਉਸ ਜਗ੍ਹਾ ਨੂੰ ਸੁਖਚੈਨਾਣਾ ਸਾਹਿਬ ਕਹਿੰਦੇ ਹਨ। ਇਹ ਫਗਵਾੜੇ ਦੇ ਲਾਗੇ ਕਰਕੇ ਜਗ੍ਹਾ ਦੱਸਦੇ ਹਨ। ਸੋ ਉੱਥੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖ ਲਿਆ ਹੈ। ਗਮਨਤ ਪੰਥ ਉਲੰਘਿਓ ਸਾਰਾ। ਫਿਰ ਸਾਰਾ ਪੈਂਡਾ ਲੰਘ ਕੇ ਤਬ ਸਤੁਦਰਵ ਕੋ ਕੂਲ ਨਿਹਾਰਾ। ਰਸਤੇ ਵਿੱਚ ਬੰਗਿਆ, ਉੱਥੇ ਵੀ ਮਹਾਰਾਜ ਚਰਨ ਕਮਲ ਸਾਹਿਬ ਅਸਥਾਨ, ਉੱਥੇ ਵੀ ਚਰਨ ਪਾਏ ਨੇ। ਕਈ ਜਗ੍ਹਾ ਨੇ ਰਸਤੇ ਵਿੱਚ, ਪਰ ਮਹਾਰਾਜ ਸਤਲੁਜ ਦੇ ਕੰਢੇ ਤੇ ਆ ਪਹੁੰਚੇ ਨੇ। ਸਨੇ ਸਨੇ ਉਤਰੇ ਸਭ ਪਾਰਾ। ਉੱਥੋਂ ਫਿਰ ਹੌਲੇ ਹੌਲੇ ਬੇੜੀਆਂ ਦੇ ਕੁਝ ਸਿੱਖ
ਦਰਿਆ ਤੋਂ ਪਾਰ ਹੋਏ ਹਨ। ਸਮੁਖ ਨਿਕਟ ਜਬ ਪਿਖੇ ਪਹਾਰਾ। ਸਾਹਮਣੇ ਪਹਾੜ ਦੀਆਂ ਸ਼ਿਵਾਲਕ ਦੀਆਂ ਚੋਟੀਆਂ ਸ਼ੁਰੂ ਹੋ ਗਈਆਂ ਦਿਖੀਆਂ ਹਨ। ਹੇਤ ਜਨਾਵਨ ਸੀਸ ਨਿਵਾਇਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਧਰਤੀ ਨੂੰ ਨਮਸਕਾਰ ਕੀਤੀ ਹੈ। ਦੇਖਤ ਵਿਧੀਏ ਬਾਕ ਅਲਾਇਓ। ਤਾਂ ਬਾਬਾ ਬਿਧੀ ਚੰਦ ਸਾਹਿਬ ਜੀ ਉਸ ਵੇਲੇ ਜਦੋਂ ਮਹਾਰਾਜ ਨੇ ਇੱਧਰ ਨਮਸਕਾਰ ਕੀਤਾ ਨਾ, ਜਿੱਧਰ ਅੱਜ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੈ, ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਹੈ, ਇਦੋਂ ਮਹਾਰਾਜ ਇਹ ਧਰਤੀ ਨੂੰ ਨਮਸਕਾਰ ਕੀਤੀ ਹੈ। ਤਾਂ ਬਾਬਾ ਬਿਧੀ ਚੰਦ ਜੀ ਪੁੱਛਦੇ ਹਨ, ਕਿਸ ਕੋ ਇਹਾਂ ਬੰਦਨਾ ਕੀਨ। ਇਹ ਸੱਚੇ ਪਾਤਸ਼ਾਹ ਤੁਸੀਂ ਇਸ ਧਰਤੀ ਨੂੰ ਕਿਹਨੂੰ ਮੱਥਾ ਟੇਕ ਰਹੇ ਹੋ? ਆਪ ਜੀ ਨੇ ਇੱਦਾਂ ਕੀਤਾ ਹੈ, ਆਪ ਕਿਸ ਨੂੰ ਨਮਸਕਾਰ ਕਰ ਰਹੇ ਹੋ? ਕਰਹੁ ਬਤਾਵਨ ਪ੍ਰਭੂ ਪਰਬੀਨ। ਇਹ ਸੱਚੇ ਪਾਤਸ਼ਾਹ ਹੈ ਮਹਾਨ ਸਤਿਗੁਰੂ ਜੀ, ਕਿਰਪਾ ਕਰਕੇ ਦੱਸੋ। ਸੁਨ ਸ੍ਰੀ ਹਰਗੋਬਿੰਦ ਬਖਾਨਾ। ਇਹ ਸੁਣ ਕੇ ਸਤਿਗੁਰੂ ਜੀ ਨੇ ਭਵਿੱਖਤ ਬਚਨ, ਆਉਣ ਵਾਲੇ ਸਮੇਂ ਦਾ ਬਚਨ ਬਾਬਾ ਬਿਧੀ ਚੰਦ ਜੀ ਨੂੰ ਦੱਸਿਆ। ਜਾਨਹੁ ਬਹੁ ਕਾਰਨ ਇਸ ਥਾਨਾ। ਮਹਾਰਾਜ ਕਹਿੰਦੇ ਬਾਬਾ ਬਿਧੀ ਚੰਦ ਜੀ, ਸਾਡੀ ਜਿਹੜੀ ਨਮਸਕਾਰ ਇਸ ਧਰਤੀ ਨੂੰ ਪਤਾ ਕਿਉਂ ਹੋਈ ਹੈ? ਇਹਦੇ ਬੜੇ ਕਾਰਨ ਹਨ। ਰਿਖ ਵਸਿਸ਼ਟ ਤਪ ਕੀਨ ਕਨੇਰੇ। ਇੱਥੇ ਵਿਸ਼ਿਸ਼ਟ ਮੁਨੀ ਨੇ ਤਪ ਕੀਤਾ ਸੀ। ਆ ਜਿਹੜੀ ਤਖਤ ਕੇਸਗੜ੍ਹ ਸਾਹਿਬ ਵਾਲੀ ਧਰਤੀ ਹੈ, ਇੱਥੇ ਵਿਸ਼ਿਸ਼ਟ ਮੁਨੀ ਜੀ ਨੇ ਬਹੁਤ ਤਪੱਸਿਆ ਕੀਤੀ ਹੈ। ਅਨੰਦਪੁਰ ਸਾਹਿਬ ਦੀ ਧਰਤੀ, ਇਹ ਜਿਹੜਾ ਸਤਲੁਜ ਦਰਿਆ ਹੈ, ਇਹ 100 ਧਾਰਾ ਵਾਲਾ ਵਗਿਆ ਸੀ। ਕਿਉਂਕਿ ਵਿਸ਼ਿਸ਼ਟ ਮੁਨੀ ਨੇ ਜਦੋਂ ਵਿਸ਼ਵਾਮਿੱਤਰ ਨੇ ਵਿਸ਼ਿਸ਼ਟ ਦੇ 100 ਪੁੱਤਰ ਮਾਰਤੇ ਸੀ, ਵੀ ਮੈਨੂੰ ਬ੍ਰਹਮ ਰਿਸ਼ੀ ਕਹੋ, ਉਹ ਉਹਨੂੰ ਕਹਿੰਦਾ ਸੀ ਰਾਜ ਰਿਸ਼ੀ। ਉਹ ਗੁੱਸੇ 'ਚ ਆ ਕੇ ਉਹਦਾ ਇੱਕ ਪੁੱਤਰ ਰੋਜ਼ ਮਾਰ ਦਿੰਦਾ ਸੀ। ਪਿੱਛੋਂ ਗਾਇਤਰੀ ਮੰਤਰ ਪੜ੍ਹ ਕੇ ਉਹ ਪਾਪ ਤੋਂ ਮੁਕਤ ਹੋ ਜਾਂਦਾ ਸੀ। ਜਦੋਂ 100 ਪੁੱਤਰ ਮਾਰੇ ਗਏ, ਵਿਸ਼ਿਸ਼ਟ ਨੂੰ ਪਤਾ ਲੱਗਾ, ਉਹ ਆਪਣੀ ਸਮਾਧੀ 'ਚੋਂ ਬਾਹਰ ਆਇਆ। ਉਹਨੂੰ ਬੜਾ ਦੁੱਖ ਲੱਗਾ ਉਹਨੂੰ, ਕਿਉਂਕਿ ਮੋਹ ਪੁੱਤਰਾਂ ਦਾ ਵੱਡਿਆਂ ਵੱਡਿਆਂ ਨੂੰ ਵਿਆਪ ਜਾਂਦਾ। ਵਿਸ਼ਿਸ਼ਟ ਮੁਨੀ ਨੇ ਕਹਿੰਦੇ ਛਾਲ ਮਾਰਤੀ ਦਰਿਆ ਦੇ ਵਿੱਚ ਵੀ ਮੈਂ ਸੁਸਾਈਡ ਕਰ ਲਵਾਂ, ਆਤਮ ਹੱਤਿਆ ਕਰ ਲਵਾਂ। ਦਰਿਆ ਉੱਥੇ 100 ਧਾਰਾ ਹੋ ਕੇ ਵਗਿਆ ਸੀ, ਇਸੇ ਕਰਕੇ ਇਹਨੂੰ ਸਤਲੁਜ ਕਹਿੰਦੇ। 7 ਮੈਨੇ 100 ਲੁਜ ਮੈਨੇ ਧਾਰਾ। ਵੈਸੇ ਤਾਂ ਸੰਸਕ੍ਰਿਤ ਦਾ ਸ਼ਬਦ ਸ਼ਤਦਰਵ ਹੈ, ਤੀਰ ਸ਼ਤਦਰਵ ਗ੍ਰੰਥ ਸੁਧਾਰ। ਉਹ 100 ਧਾਰਾ ਹੋ ਕੇ ਵਗਿਆ ਸੀਗਾ, ਇਸ ਕਰਕੇ ਪੰਜਾਬੀ 'ਚ ਆਪਾਂ ਉਹਨੂੰ ਸਤਲੁਜ ਕਹਿ ਦਿੰਦੇ। ਅਸਲੀ ਜੋ ਸੰਸਕ੍ਰਿਤ ਦੇ ਨਾਮ ਹੈ ਉਹ ਸ਼ਤਦਰਵ ਹੈ। ਤੋ 100 ਧਾਰਾ ਹੋ ਕੇ ਵਗਿਆ ਸੀਗਾ। ਅਤੇ ਉੱਥੇ ਫਿਰ ਵਿਸ਼ਿਸ਼ਟ ਮੁਨੀ ਦੇ 100 ਪੁੱਤਰ ਦੁਬਾਰਾ ਜਿੰਦਾ ਕੀਤੇ ਭਗਵਾਨ ਨੇ। ਉਹਨੂੰ ਉਪਦੇਸ਼ ਦਿੱਤਾ। ਚਲੋ ਬੜੀ ਲੰਮੀ ਕਥਾ ਹੈ। ਅਤੇ ਫਿਰ ਮਹਾਰਾਜ ਕਹਿੰਦੇ ਇੱਥੇ ਆਉਣ ਵਾਲੇ ਸਮੇਂ 'ਚ ਨਾ ਖਾਲਸਾ ਪੰਥ ਪੈਦਾ ਹੋਣਾ। ਇਹ ਖਾਲਸੇ ਦੀ ਜਨਮ ਭੂਮੀ ਬਣੇਗੀ। ਇਹ ਰਿਸ਼ੀਆਂ ਮੁਨੀਆਂ ਸਾਧੂ ਸੰਤਾਂ ਭਗਤਾਂ ਦੀ ਪੁਰਾਤਨ ਭੂਮੀ ਹੈ ਇਹ। ਕਿਉਂਕਿ ਧਰਤੀ ਦਾ ਬੜਾ ਭਾਰੀ ਅਸਰ ਹੁੰਦਾ, ਹਵਾ ਦਾ, ਪਾਣੀ ਦਾ, ਅੱਗ ਦਾ, ਧਰਤੀ ਦਾ। ਬਾਣੀ 'ਚ ਵੀ ਪੜ੍ਹਦੇ ਹਾਂ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਜਿੱਥੇ ਕੋਈ ਸਾਧੂ ਭਜਨ ਬੰਦਗੀ ਕਰ ਜਾਏ ਨਾ, ਉਹਦਾ ਵਾਈਬ੍ਰੇਸ਼ਨ ਉੱਦਾਂ ਦੀ ਰਹਿੰਦੀ ਹੈ। ਜਿੱਥੇ ਪਾਪੀ ਬੰਦੇ ਰਹਿੰਦੇ ਆ, ਉਹਦਾ ਵਾਤਾਵਰਨ ਉੱਦਾਂ ਦਾ ਹੁੰਦਾ। ਇਸ ਤਰ੍ਹਾਂ ਮਹਾਰਾਜ 6ਵੇਂ ਪਾਤਸ਼ਾਹ ਇਸ ਧਰਤੀ ਨੂੰ ਵਰ ਦੇਣਗੇ, ਸਾਰੀ ਕਥਾ ਸੁਣਾਉਣਗੇ। ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ।